किस तरह देखते हो 2 महीने हो चुके ने आम आदमी पार्टी की सरकार बनी ने, भगवंत मान साहब मुख्य मंत्री बन चुके सी, किस तरह देखते? ਇਹ 92 ਸੀਟਾਂ ਜਿਹੜੇ ਦਿੱਤੀਆਂ ਹੈ ਇਹ ਕਹਿ ਲਓ ਕਿ ਲੋਕਾਂ ਨੇ ਹੈਰਾਨੀਜਨਕ ਨਤੀਜਾ ਇਹ ਦਿੱਤਾ ਹੈ ਤੇ ਲੋਕ ਸਰਕਾਰ ਤੋਂ ਵੀ ਹੈਰਾਨੀਜਨਕ ਨਤੀਜੇ ਚਾਹੁੰਦੇ ਆ। ਪਰ ਮੈਂ ਇੱਥੇ ਕਹਿਣ ਤੋਂ ਕੋਈ ਝਿਜਕ ਨਹੀਂ ਕਰੂੰਗਾ ਕਿ ਹੈਰਾਨੀਜਨਕ ਨਤੀਜੇ ਆਉਣ ਦੀ ਸ਼ੁਰੂਆਤ ਨਹੀਂ ਹੋ ਰਹੀ। ਪਟਿਆਲਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਹੈਰਾਨੀਜਨਕ ਨਤੀਜੇ ਲੋਕ ਚਾਹੁੰਦੇ ਨੇ, ਉਹ ਮਿਲ ਨਹੀਂ ਰਹੇ, ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿੰਦੇ ਕਿ 2 ਮਹੀਨੇ ਦੇ ਵਿੱਚ ਉਹ ਇਤਿਹਾਸਕ ਫੈਸਲੇ ਅਸੀਂ ਨੇ ਕਰਕੇ ਦਿਖਾਤੇ ਜੋ ਦੂਸਰੀਆਂ ਪਾਰਟੀਆਂ ਤੋਂ 70-75 ਸਾਲਾਂ ਦੇ ਇਤਿਹਾਸ ਦੇ ਵਿੱਚ ਨਹੀਂ ਲਏ ਗਏ ਹੈਗੇ। ਤੁਸੀਂ ਫਿਰ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਹੈਰਾਨੀਜਨਕ ਨਤੀਜੇ ਜਿਹੜੇ ਨੇ ਨਹੀਂ ਸਾਹਮਣੇ ਆ ਰਹੇ? 1000 ਨੌਕਰੀਆਂ ਨੌਜਵਾਨਾਂ ਨੂੰ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ, ਕਾਫੀ ਵੱਡੇ ਨੇਤਾਵਾਂ ਦੀ ਜਿਹੜੀ ਆ ਸਿਕਿਉਰਿਟੀ ਵੀ ਘਟਾਈ ਗਈ ਆ, ਸਾਬਕਾ ਵਿਧਾਇਕਾਂ ਦੀ ਸਿਕਿਉਰਿਟੀ ਵੀ ਘਟਾਈ ਗਈ ਆ। ਸਰਕਾਰ ਤੋਂ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਭਰਨ ਦੀ ਜਿਹੜੀ ਆ ਸ਼ੁਰੂਆਤ ਤਾਂ ਹੋ ਚੁੱਕੀ ਆ, ਅਸੀਂ ਆਪਣੀ ਸ਼ੁਰੂਆਤ ਤਾਂ ਕਰ ਦਿੱਤੀ। 50 ਸਾਲ ਦਾ ਹੋ ਜਾਵੇ ਉਹਦੀ ਪੈਨਸ਼ਨ ਲਾਓ, ਉਹਨੂੰ 45 ਸਾਲ ਦੇ ਨੂੰ ਪੈਨਸ਼ਨ ਦੇਣ ਦੀ ਕੀ ਲੋੜ ਹੈ? 40 ਸਾਲ ਦੇ ਨੂੰ ਇਹ ਥੋੜੀ ਆ ਕਿ ਜਿੱਦਣ ਉਹ ਵਿਧਾਇਕ ਹਟ ਗਿਆ ਕਿ ਉਹਦੇ ਹੱਥ ਪੈਰ ਟੁੱਟ ਗਏ, ਉਹਦੇ ਕੰਮ ਨਹੀਂ ਹੋਣਾ ਹੈਗਾ। ਕਾਂਗਰਸ ਦੇ ਹਲਕਾ ਭਲੱਥ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ, ਜਿਹੜੇ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਨੇ, ਉਹਨਾਂ ਦਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਸ਼ਬਦੀ ਹਮਲਾ ਚੱਲ ਰਿਹਾ। ਕੁਲਦੀਪ ਸਿੰਘ ਧਾਲੀਵਾਲ ਨੂੰ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਹਿੰਮਤ ਆ ਤਾਂ ਵੱਡੇ ਰਸੂਖਦਾਰਾਂ ਦੀ ਜਿਹੜੀ ਆ ਜ਼ਮੀਨ ਖੋ ਕੇ ਦਿਖਾਓ, ਤੁਸੀਂ ਛੋਟੇ ਕਿਸਾਨਾਂ ਨੂੰ ਤੰਗ ਕਰ ਰਹੇ ਹੋ। ਉੱਤੋਂ ਧਾਲੀਵਾਲ ਸਾਹਿਬ ਦਾ ਬਿਆਨ ਆ ਜਾਂਦਾ ਕਿ ਤੁਸੀਂ ਮੈਨੂੰ ਲਿਸਟ ਦਿਓ, ਮੈਂ ਕਾਰਵਾਈ ਕਰੂੰਗਾ। ਪੰਜਾਬ ਜਿਹੜਾ ਹੈਗਾ ਨਾ ਹੀ ਧਾਲੀਵਾਲ ਦਾ, ਨਾ ਹੀ ਕੇਜਰੀਵਾਲ ਦਾ, ਨਾ ਹੀ ਭਗਵੰਤ ਮਾਨ ਦਾ, ਸਾਰਿਆਂ ਦਾ ਹੀ ਆ। ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਗਰੰਟੀਆਂ ਦਿੱਤੀਆਂ ਗਈਆਂ ਸੀ, ਬਿਜਲੀ ਦੇ ਮੁੱਦੇ ਨੂੰ ਲੈ ਕੇ ਉਹ ਇੱਕ ਗਰੰਟੀ ਆ ਜਿਹੜੀ ਪੂਰੀ ਕਰ ਦਿੱਤੀ ਗਈ ਆ। ਪਿੱਛੇ ਜੇ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਆ ਜਾਂਦਾ ਹੈ ਕਿ ਥੋੜੀ ਦੇਰ ਵੇਟ ਕਰ ਲਓ, ਖਜ਼ਾਨਾ ਭਰ ਲੈਣ ਦਿਓ, 1000 ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਸਨਮਾਨ ਭੱਤਾ ਮਿਲਣਾ ਸ਼ੁਰੂ ਹੋ ਜਾਊ। ਜੇ ਬੀਬੀਆਂ ਆਪਣੀ ਆਈ ਪਰ ਆ ਗਈਆਂ, ਇਹ ਤਾਂ ਜਿਹਦੇ ਨਾਲ ਲਾਵਾਂ ਫੇਰੇ ਲਿੱਤੇ ਵੀ ਹੁੰਦੇ ਉਹਦੀਆਂ ਨਾਸਾਂ 'ਚ ਧੂੰਆਂ ਕੱਢ ਦਿੰਦੀਆਂ। ਜੇ ਕਿਤੇ ਕਾਂਗਰਸ ਅਕਾਲੀਆਂ ਨੇ ਥੋੜੀ ਬਹੁਤੀ ਚੱਕ ਥੱਲ ਕਰਤੀ 1000 ਰੁਪਏ ਦੀ, ਫਿਰ ਕੇਜਰੀਵਾਲ ਸੰਭੂ ਬਾਰਡਰ ਨਹੀਂ ਟੱਪਦਾ ਇੱਧਰ ਨੂੰ। ਪਰ ਕੇਜਰੀਵਾਲ ਸਾਹਿਬ ਨੇ ਤਾਂ ਇੱਕ ਬਿਆਨ ਦਿੱਤਾ ਸੀ, ਕਹਿੰਦੇ ਕਿ ਖਜ਼ਾਨਾ ਭਰਨ ਨੂੰ ਇੰਨਾ ਟਾਈਮ ਨਹੀਂ ਲੱਗਣਾ, ਪੰਜਾਬ ਦੇ ਕੋਲ ਸੋਰਸਿਸ ਦੀ ਕਮੀ ਨਹੀਂ ਆ, ਪੰਜਾਬ ਦੇ ਕੋਲ ਨੀਤ ਦੀ ਕਮੀ ਆ, ਸਾਨੂੰ ਥੋੜਾ ਸਮਾਂ ਦੇ ਦਿਓ, ਖਜ਼ਾਨਾ ਵੀ ਭਰੂਗਾ, ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਵੀ ਪੂਰੀਆਂ ਹੋਣਗੀਆਂ ਤੇ ਪੰਜਾਬ ਪਹਿਲਾਂ ਵਰਗਾ ਹੱਸਦਾ ਗਾਉਂਦਾ ਨੱਚਦਾ ਗਾਉਂਦਾ ਪੰਜਾਬ ਵੀ ਬਣੂਗਾ। ਇਹ ਕੁਲਤਾਰ ਸੰਧਵਾਂ ਦਾ ਜਿਹੜਾ ਬਿਆਨ ਆ ਕਿ ਜਦੋਂ ਖਜ਼ਾਨਾ ਭਰੂੰਗਾ ਉਦੋਂ 1000 ਰੁਪਇਆ ਬੀਬੀਆਂ ਨੂੰ ਦਿੱਤਾ ਜਾਊਗਾ, ਪਰ ਮੈਂ ਕਹਿੰਦਾ ਇਹ ਗੱਲ ਜਦੋਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਦੋਂ ਨਾਲ ਇੱਕ ਸ਼ਬਦ ਲਿਖ ਦਿੰਦੇ ਵੀ 1000 ਰੁਪਇਆ 18 ਸਾਲ ਤੋਂ ਉੱਪਰ ਜਿਹੜੀ ਹੋਏਗੀ ਜਨਾਨੀ ਉਹਨੂੰ ਮਿਲੂਗਾ, ਪਰ ਖਜ਼ਾਨਾ ਭਰਨ ਤੋਂ ਬਾਅਦ। ਆਮ ਆਦਮੀ ਪਾਰਟੀ ਦੇ ਵਿੱਚ ਲੰਮਾ ਸਮਾਂ ਰਹਿ ਕੇ, ਚੰਗੇ ਅਹੁਦਿਆਂ ਤੇ ਰਹਿ ਕੇ, ਵਧੀਆ ਅਹੁਦਿਆਂ ਤੇ ਰਹਿ ਕੇ, ਅੱਜ ਫੇਰ ਆਪਣੇ ਹੀ ਸੁਪਰੀਮੋ ਦੇ ਖਿਲਾਫ ਵੱਡੇ ਸਵਾਲ ਜਿਹੜੇ ਨੇ ਖੜੇ ਕਰਦੇ। ਉਹ ਜਿਉਂਦਾ ਨਹੀਂ ਜਿਹੜਾ ਚੁੱਪ ਹੈ। ਦੇਖੋ ਤਾਂ ਭਲਾ ਕੌਣ ਬੋਲਦਾ ਨਹੀਂ। ਇਹ ਕਹਿੰਦੇ ਸੀ, ਮੈਨੂੰ ਇਸੇ ਕਹਿਣ 'ਚ ਕੋਈ ਗਰੇਜ ਨਹੀਂ, ਇਹ ਕਹਿੰਦੇ ਸੀ ਕਿ ਮਾਈਨਿੰਗ ਤੋਂ ਅਸੀਂ ਇੰਨੀ ਜਨਰੇਟ ਕਰਨਾ ਹੈਗਾ ਪੈਸਾ, ਪਰ ਰਾਤ ਨੂੰ ਤੁਸੀਂ ਵੀ ਕੈਮਰੇ ਮੀਡੀਆ ਵਾਲੇ ਆ, ਕਿਸੇ ਮੇਨ ਰੋਡ ਤੇ ਜਾ ਕੇ ਰਾਤ ਨੂੰ 11 ਵਜੇ ਤੋਂ ਬਾਅਦ ਕੈਮਰਾ ਲੈ ਕੇ ਖੜ ਜਿਓ ਕਿ ਰੇਤੇ ਵਾਲੇ ਟਿੱਪਰਾਂ ਦੀ ਲਾਈਨ ਨਹੀਂ ਟੁੱਟ ਰਹੀ। ਵੱਡੀ ਗੱਲ ਕਹਿ ਰਹੇ ਹੋ ਔਨ ਕੈਮਰਾ। ਤੁਸੀਂ 11 ਵਜੇ ਕੈਮਰਾ ਲੈ ਕੇ ਆਪ ਚਲੇ ਜਾਓ, ਮੇਰੇ ਕਹਿਣੇ ਦੀ ਲੋੜ ਹੀ ਨਹੀਂ। ਸਰਕਾਰ ਦੀ ਨਿਗਾਹ ਦੇ ਵਿੱਚ ਹੀ ਜਿਹੜੀਆਂ ਨੇ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਤੁਸੀਂ ਇਨ ਸ਼ਾਰਟ ਇਹ ਗੱਲ ਕਰ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ। ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਬਣੀ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਜੋ ਕੰਮ ਪਿਛਲੇ 70-75 ਸਾਲਾਂ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਨਹੀਂ ਸੀ ਕੀਤਾ, ਉਹ ਭਗਵੰਤ ਮਾਨ ਜੀ ਦੀ ਸਰਕਾਰ ਨੇ 2 ਮਹੀਨਿਆਂ ਦੇ ਵਿੱਚ ਜਿਹੜਾ ਕਰਕੇ ਦਿਖਾਤਾ ਕਿ ਇਤਿਹਾਸਕ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੀ ਲਈ ਲਏ ਗਏ ਨੇ, ਚਾਹੇ ਉਹ ਨੌਕਰੀਆਂ ਦੇਣ ਦੇ ਸੰਬੰਧ ਦੇ ਵਿੱਚ ਫੈਸਲਾ ਹੋਵੇ ਜਾਂ ਹੋਰ ਵੀ ਕਾਫੀ ਤਰ੍ਹਾਂ ਦੇ ਵੱਡੇ ਫੈਸਲੇ ਨੇ ਜਿਹੜੇ ਉਹਨਾਂ ਵੱਲੋਂ ਲੈਣ ਦੇ ਜਿਹੜੇ ਦਾਅਵੇ ਕੀਤੇ ਗਏ ਨੇ। ਵੱਖ-ਵੱਖ ਪ੍ਰਤੀਕਿਰਿਆਵਾਂ ਨੇ, ਆਮ ਲੋਕਾਂ ਦੀਆਂ ਵੱਖ-ਵੱਖ ਰਾਏ ਰੱਖਦੇ ਨੇ। ਸਾਡੇ ਨਾਲ ਰਾਜਨੀਤਿਕ ਮਾਹਿਰ ਤੇ ਰਾਜਨੀਤਿਕ ਪਾਰਟੀਆਂ ਨੂੰ ਬੇਖੌਫ ਹੋ ਕੇ ਸਵਾਲ ਕਰਨੇ ਵਾਲੇ ਰਣਜੀਤ ਸਿੰਘ ਪਟਿਆਲਾ ਸਾਡੇ ਨਾਲ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਕਿ ਆਖਰ 2 ਮਹੀਨੇ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਆ ਕਿੱਥੇ ਸਟੈਂਡ ਕਰ ਰਹੀ ਆ, ਪੰਜਾਬ ਸਰਕਾਰ ਨੇ ਕਿੰਨੇ ਕੁ ਕੰਮ ਜਿਹੜੇ ਨੇ ਕੀਤੇ ਨੇ, ਜਾਂ ਹੋਰ ਪਾਰਟੀਆਂ ਦੇ ਨਾਲੋਂ, ਹੋਰ ਸਰਕਾਰਾਂ ਦੇ ਨਾਲੋਂ ਪੰਜਾਬ ਦੀ ਇਸ ਵਾਰ ਦੀ ਸਰਕਾਰ ਜਿਹੜੀ ਆ ਕਿਸ ਤਰ੍ਹਾਂ ਅਲੱਗ ਆ। ਪਟਿਆਲਾ ਸਾਹਿਬ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਸਰੋਤਿਆਂ ਨੂੰ।
ਕਿਸ ਤਰ੍ਹਾਂ ਦੇਖਦੇ ਹੋ 2 ਮਹੀਨੇ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਚੁੱਕੇ ਸੀ, ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਬਿਨਾਂ ਸ਼ੱਕ ਆਪਾਂ ਕਹਿ ਸਕਦੇ ਆ ਕਿ ਕਾਫੀ ਫੈਸਲੇ ਇਹਨਾਂ ਦੇ ਸਲਾਹੁਣਯੋਗ ਆ ਜੀ। ਪਰ ਲੋਕਾਂ ਨੇ ਇਹਨਾਂ ਨੂੰ ਜੋ ਸੀਟਾਂ ਦਿੱਤੀਆਂ ਹੈ, ਇਹ 92 ਸੀਟਾਂ ਜਿਹੜੀਆਂ ਦਿੱਤੀਆਂ ਹੈ, ਇਹ ਕਹਿ ਲਓ ਕਿ ਲੋਕਾਂ ਨੇ ਹੈਰਾਨੀਜਨਕ ਨਤੀਜਾ ਇਹ ਦਿੱਤਾ ਹੈ ਤੇ ਲੋਕ ਸਰਕਾਰ ਤੋਂ ਵੀ ਹੈਰਾਨੀਜਨਕ ਨਤੀਜੇ ਚਾਹੁੰਦੇ ਆ। ਪਰ ਮੈਂ ਇੱਥੇ ਕਹਿਣ ਤੋਂ ਕੋਈ ਝਿਜਕ ਨਹੀਂ ਕਰੂੰਗਾ ਕਿ ਹੈਰਾਨੀਜਨਕ ਨਤੀਜੇ ਆਉਣ ਦੀ ਸ਼ੁਰੂਆਤ ਨਹੀਂ ਹੋ ਰਹੀ ਕਾਫੀ ਗੱਲਾਂ ਦੇ ਵਿੱਚ ਜਿਹੜੀਆਂ ਵੇਖਣ ਨੂੰ ਮਿਲਦੀਆਂ ਹੈ। ਸੋ ਮੈਂ ਇਹ ਬੇਨਤੀ ਵੀ ਕਰੂੰਗਾ ਤੁਹਾਡੇ ਚੈਨਲ ਜ਼ਰੀਏ ਕਿ ਸਰਕਾਰ ਨੂੰ ਜਿਹੜੀ ਵੋਟ ਪਈ ਆ ਜਾਂ ਜੋ ਸੀਟਾਂ ਮਿਲੀਆਂ ਹੈ ਉਹ ਕੋਈ ਆਮ ਆਦਮੀ ਪਾਰਟੀ ਦੀ ਪੋਜ਼ਿਟਿਵਿਟੀ ਨੂੰ ਨਹੀਂ ਮਿਲੀਆਂ। ਉਹ ਇਹ ਸੀ ਕਿ ਦੋਨਾਂ ਪਾਰਟੀਆਂ ਤੋਂ ਜਿਹੜੀਆਂ ਰਵਾਇਤੀ ਸੀ ਅਕਾਲੀ ਤੇ ਕਾਂਗਰਸ ਹੈ, ਇਹਨਾਂ ਤੋਂ ਲੋਕ ਇੰਨੇ ਪਰੇਸ਼ਾਨ ਹੋ ਗਏ ਸੀ, ਉਹ ਚਾਹੁੰਦੇ ਕੋਈ ਤੀਸਰਾ ਬਦਲ ਮਿਲ ਜਾਵੇ। ਪਟਿਆਲਾ ਸਾਹਿਬ, ਤੁਸੀਂ ਕਹਿ ਰਹੇ ਹੋ ਕਿ ਹੈਰਾਨੀਜਨਕ ਨਤੀਜੇ ਲੋਕ ਚਾਹੁੰਦੇ ਨੇ, ਉਹ ਮਿਲ ਨਹੀਂ ਰਹੇ, ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਹਿੰਦੇ ਕਿ 2 ਮਹੀਨੇ ਦੇ ਵਿੱਚ ਉਹ ਇਤਿਹਾਸਕ ਫੈਸਲੇ ਅਸੀਂ ਨੇ ਕਰਕੇ ਦਿਖਾਤੇ ਜੋ ਦੂਸਰੀਆਂ ਪਾਰਟੀਆਂ ਤੋਂ 70-75 ਸਾਲਾਂ ਦੇ ਇਤਿਹਾਸ ਦੇ ਵਿੱਚ ਨਹੀਂ ਲਏ ਗਏ ਹੈਗੇ। ਤੁਸੀਂ ਫਿਰ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਹੈਰਾਨੀਜਨਕ ਨਤੀਜੇ ਜਿਹੜੇ ਨੇ ਨਹੀਂ ਸਾਹਮਣੇ ਆ ਰਹੇ? ਨਹੀਂ, ਮੈਂ ਤਾਂ ਕਹਿਣ ਤੋਂ ਭਾਵ ਇਹ ਹੈ ਕਿ ਇਸ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਗੁੱਡ ਵੈਰੀ ਗੁੱਡ ਲੈ ਕੇ ਨਹੀਂ ਕੰਮ ਚੱਲਣਾ, ਇਹਨਾਂ ਨੂੰ ਐਕਸੀਲੈਂਟ ਲੈਣਾ ਪੈਣਾ। ਲੋਕਾਂ ਦੀਆਂ ਇਹਨਾਂ ਵੱਲ ਇਹੀ ਉਮੀਦਾਂ ਹੈ। ਜੇ ਉਮੀਦਾਂ ਤੋਂ ਮਾੜੇ ਜਿਹੇ ਵੀ ਖਿਸਕਦੇ ਆ ਤਾਂ ਜ਼ਾਹਰ ਤੌਰ ਤੇ ਕਿ ਲੋਕਾਂ ਨੇ ਜਿਸ ਸਪੀਡ ਗੱਲ ਇਹਨਾਂ ਨੂੰ ਪਿਆਰ ਦਿੱਤਾ ਹੈ ਉਹ ਤੋਂ ਦੁੱਗਣੀ ਸਪੀਡ ਗੱਲ ਲੋਕਾਂ ਨੇ ਫਿਰ ਇਹ ਕਰੋਧ ਦਾ ਵੀ ਸ਼ਿਕਾਰ ਹੋਣਾ ਪੈਣਾ ਇਹਨਾਂ ਨੂੰ। ਪਰ ਵੱਡੇ ਫੈਸਲੇ ਤਾਂ ਲਏ ਗਏ ਨੇ ਨਾ, ਚਾਹੇ ਉਹ ਜਿਸ ਤਰ੍ਹਾਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਜਿਹੜਾ ਫੈਸਲਾ ਹੋਵੇ ਉਹ ਵੀ ਸਰਕਾਰ ਵੱਲੋਂ ਲਾਗੂ ਕਰ ਦਿੱਤਾ ਗਿਆ, 26,000 ਨੌਕਰੀਆਂ ਨੌਜਵਾਨਾਂ ਨੂੰ ਦੇਣ ਦਾ ਜਿਹੜਾ ਐਲਾਨ ਕਰ ਦਿੱਤਾ ਗਿਆ, ਕਾਫੀ ਵੱਡੇ ਨੇਤਾਵਾਂ ਦੀ ਜਿਹੜੀ ਆ ਸਿਕਿਉਰਿਟੀ ਵੀ ਘਟਾਈ ਗਈ ਆ, ਸਾਬਕਾ ਵਿਧਾਇਕਾਂ ਦੀ ਸਿਕਿਉਰਿਟੀ ਵੀ ਘਟਾਈ ਗਈ ਆ ਸਰਕਾਰ ਤੋਂ। ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਭਰਨ ਦੀ ਜਿਹੜੀ ਆ ਸ਼ੁਰੂਆਤ ਤਾਂ ਹੋ ਚੁੱਕੀ, ਅਸੀਂ ਆਪਣੀ ਸ਼ੁਰੂਆਤ ਤਾਂ ਕਰ ਦਿੱਤੀ ਹੈ। ਗੱਲ ਇਸ ਤਰ੍ਹਾਂ ਜੀ ਵੀ ਜਿਹੜੀ ਵਿਧਾਇਕਾਂ ਦੀ ਤੁਸੀਂ ਗੱਲ ਕਰੀ ਆ ਬਹੁਤ ਵਧੀਆ ਗੱਲ ਆ। ਬੜੀ ਲੰਬੇ ਸਮੇਂ ਤੋਂ ਇਹ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਸੀ ਉਹ ਵੀ ਰੌਲਾ ਪਾਉਂਦੇ ਸੀ, ਜੋ ਚਿੰਤਕ ਲੋਕ ਸੀ ਕਿ ਵਿਧਾਇਕਾਂ ਨੂੰ ਇੱਕ ਹੀ ਪੈਨਸ਼ਨ ਹੋਣੀ ਚਾਹੀਦੀ, ਉਹ ਭਾਵੇਂ ਕਿੰਨੀ ਵਾਰੀ ਵਿਧਾਇਕ ਬਣੇ। ਪਰ ਮੈਂ ਤੁਹਾਨੂੰ ਇਹ ਗੱਲ ਕਹੂੰਗਾ ਜੋ ਬਣਦੀ ਵੀ ਆ ਇਨਸਾਨੀਅਤ ਨਾਤੇ ਜੋ ਅਸੂਲ ਬਣਦਾ ਹੈ ਕਿ ਇਹ ਤੋਂ ਵੀ ਅੱਗੇ ਜਾਣ ਦੀ ਲੋੜ ਆ ਇਹਨਾਂ ਨੂੰ। ਵਿਧਾਇਕ ਦੀ ਇੱਕ ਪੈਨਸ਼ਨ ਤੋਂ ਅੱਗੇ ਜਾਣ ਦੀ ਇਹ ਜ਼ਰੂਰਤ ਹੈਗੀ ਆ। ਕਿਸ ਤਰ੍ਹਾਂ? ਉਹ ਮੈਂ ਤੁਹਾਨੂੰ ਜਿਵੇਂ ਕਿ ਆਪਾਂ ਕਹਿ ਸਕਦੇ ਆ ਕਿ ਜਿਹੜੀ ਪੈਨਸ਼ਨ ਆ ਉਹ ਆਮ ਕਰਕੇ 58 ਸਾਲ ਦੀ ਉਮਰ ਸ਼ੁਰੂ ਹੁੰਦੀ। ਜਿਹੜਾ ਬੰਦਾ ਕਿਸੇ ਵੀ ਡਿਪਾਰਟਮੈਂਟ ਵਿੱਚ ਸੇਵਾ ਕਰਦਾ ਹੈ ਉਹਦੇ ਪਿੱਛੇ ਲੌਜਿਕ ਵੀ ਇਹੀ ਹੁੰਦਾ ਹੈ ਕਿ ਇਸ ਬੰਦੇ ਨੇ 20-25 ਸਾਲ ਦੇਸ਼ ਨੂੰ ਦਿੱਤੇ ਆ, ਸਰਕਾਰ ਨੂੰ ਦਿੱਤੇ ਆ, ਤੇ 58 ਸਾਲ ਤੋਂ ਬਾਅਦ ਬੰਦਾ ਉਸ ਸਪੀਡ ਗੱਲ ਕੰਮ ਨਹੀਂ ਕਰ ਸਕਦਾ, ਕੋਈ ਬਿਮਾਰੀਆਂ ਘੇਰਦੀਆਂ, ਕੁਝ ਉਹਦੇ ਖਰਚੇ ਜਿਹੜੇ ਹੈਗੇ ਆ। ਉਹ ਪੈਨਸ਼ਨ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਿ ਹੁਣ 58 ਸਾਲ ਤੋਂ ਬਾਅਦ ਦੇਸ਼ ਇਹਦਾ ਧਿਆਨ ਰੱਖੇਗਾ, ਸਰਕਾਰ ਇਹਦਾ ਧਿਆਨ ਰੱਖੇਗੀ। ਇਹਨੇ 20-25 ਸਾਲ ਸਰਕਾਰ ਦਾ ਤੇ ਦੇਸ਼ ਦਾ ਧਿਆਨ ਰੱਖਿਆ ਹੈ। ਹੁਣ ਮੈਂ ਤੁਹਾਨੂੰ ਇਹ ਗੱਲ ਦੱਸੂਗਾ ਸੰਸਾਰਦੀਪ ਜੀ ਕਿ ਜਦੋਂ ਇੱਕ ਵਿਧਾਇਕ 35 ਸਾਲ ਦਾ ਮੰਨ ਲਓ ਕਿ ਉਹ ਵਿਧਾਇਕ ਬਣਿਆ, 40 ਸਾਲ ਵਿੱਚ ਉਹਦੀ ਉਹ ਵਿਧਾਇਕੀ ਖਤਮ ਹੋ ਗਈ, ਉਹ 40 ਸਾਲ ਦੇ ਵਿੱਚ ਪੈਨਸ਼ਨ ਦਾ ਹੱਕਦਾਰ ਦੀ ਕੀ ਲੋੜ ਆ ਉਹਨੂੰ? ਉਹਦੀ ਉਹ ਰੱਖੋ ਕਿ ਬੰਦਾ ਕੁਝ ਵੀ ਵਿਧਾਇਕ ਰਿਹਾ, ਚਾਹੇ ਉਹ ਲੋਕ ਸਭਾ ਦਾ ਮੈਂਬਰ ਰਿਹਾ ਹੈ, ਹਾਂ ਜੇ ਉਹ ਕੋ ਸਰਕਾਰੀ ਨੌਕਰੀ ਨਹੀਂ ਹੈਗੀ, ਮੰਨ ਲਓ ਅੱਗੇ ਨੂੰ ਵੀ ਜਾਂ ਪਹਿਲਾਂ ਨਹੀਂ ਹੈਗੀ, ਤਾਂ ਜਦੋਂ 58 ਸਾਲ ਦਾ ਹੋ ਜਾਵੇ ਉਹਦੀ ਪੈਨਸ਼ਨ ਲਾਓ। ਉਹਨੂੰ 45 ਸਾਲ ਦੇ ਨੂੰ ਪੈਨਸ਼ਨ ਦੇਣ ਦੀ ਕੀ ਲੋੜ ਹੈ 40 ਸਾਲ ਦੇ ਨੂੰ? ਇਹ ਥੋੜੀ ਆ ਕਿ ਜਿੱਦਣ ਉਹ ਵਿਧਾਇਕ ਹਟ ਗਿਆ ਕਿ ਉਹਦੇ ਹੱਥ ਪੈਰ ਟੁੱਟ ਗਏ, ਉਹਦੇ ਕੰਮ ਨਹੀਂ ਹੋਣਾ ਹੈਗਾ। ਤੁਸੀਂ ਕਹਿ ਰਹੇ ਹੋ ਕਿ ਵਿਧਾਇਕ ਨੂੰ ਇੱਕ ਪੈਨਸ਼ਨ ਜਿਹੜੀ 58 ਸਾਲ ਤੋਂ ਬਾਅਦ ਲੱਗਣੀ ਚਾਹੀਦੀ ਹੈ, ਪਰ ਜੇਕਰ 35 ਸਾਲ ਦਾ ਇੱਕ ਨੌਜਵਾਨ ਵਿਧਾਇਕ ਵੀ ਬਣ ਜਾਂਦਾ ਹੈ, 40 ਸਾਲ ਦਾ ਹੋ ਕੇ ਉਹ ਹਾਰ ਜਾਂਦਾ ਅਗਲੀ ਇਲੈਕਸ਼ਨ ਦੇ ਵਿੱਚ, ਉਸ ਦੇ ਬਾਅਦ ਜਿਹੜੇ ਉਸ ਨੂੰ ਚਾਹੁਣ ਵਾਲੇ ਲੋਕ ਨੇ, ਉਸ ਨੂੰ ਪਿਆਰ ਕਰਨ ਵਾਲੇ ਉਸ ਦੇ ਹਲਕੇ ਦੇ ਵਿੱਚ ਲੋਕ ਨੇ, ਮਿਲਣ ਆਉਂਦੇ ਰਹਿੰਦੇ ਨੇ, ਕਦੇ ਕੋਈ ਕੰਮ ਵਾਸਤੇ ਕੋਈ ਸਰਕਾਰ ਦੇ ਖਿਲਾਫ ਧਰਨਾ ਦੇਣਾ, ਸਰਕਾਰ ਨੂੰ ਮੈਮੋਰੈਂਡਮ ਦੇਣਾ। ਵਿਧਾਇਕ ਦੇ ਤਾਂ ਫਿਰ ਸਾਬਕਾ ਵਿਧਾਇਕ ਦੇ ਤਾਂ ਫਿਰ ਵੀ ਖਰਚੇ ਰਹਿੰਦੇ ਨੇ, ਉਹ ਖਰਚੇ ਤਾਂ ਉਹਨੇ ਪੂਰੇ ਕਰਨੇ ਹੀ ਨੇ। ਨਹੀਂ, ਮੈਨੂੰ ਇਹ ਦੱਸੋ ਜਦੋਂ 35 ਸਾਲ ਦਾ ਵਿਧਾਇਕ ਬਣਿਆ ਤਾਂ ਉਦੋਂ ਪਹਿਲਾਂ ਉਹਨੇ 35 ਸਾਲ ਜ਼ਿੰਦਗੀ 'ਚ ਕੁਝ ਨਹੀਂ ਕਰਿਆ? ਉਹਦਾ ਕੋਈ ਬਿਜ਼ਨਸ, ਉਹਦਾ ਕੋਈ ਆਮਦਨ ਦਾ ਸਾਧਨ, ਉਸ ਤੋਂ ਬਾਅਦ ਇਹ ਜ਼ਰੂਰੀ ਥੋੜੀ ਕਿ ਜੇ ਤੁਸੀਂ ਲੋਕਾਂ ਦੇ ਤਾਂ ਸੇਵਕ ਹੋਣਾ ਹੈਗਾ, ਫਿਰ ਲੋਕਾਂ ਦੇ ਚੰਦਾ ਇਕੱਠਾ ਕਰਨਾ ਵੀ ਉਹਦਾ ਕੀ ਫਾਇਦਾ ਹੈਗਾ? ਤੁਸੀਂ ਆਪਣਾ ਬਿਜ਼ਨਸ ਕਰੋ, ਕੋਈ ਕੰਮ ਕਰੋ, ਆਪਣੇ ਆਮਦਨ ਦੇ ਸਾਧਨ ਜਟਾਓ। ਜਦੋਂ ਤੱਕ ਤੁਹਾਡੇ ਰੱਬ ਨੇ ਹੱਡ ਪੈਰ ਦਿੱਤੇ ਆ, ਚੱਲਦੇ ਆ, ਜਦੋਂ ਖੜ ਗਏ ਤਾਂ ਉਦੋਂ ਤੁਹਾਨੂੰ ਪੈਨਸ਼ਨ ਮਿਲ ਜਾਣੀ ਆ। ਮੇਰਾ ਕਹਿਣ ਤੋਂ ਭਾਵ ਆ ਕਿ ਇਹ ਤੋਂ ਵੀ ਅੱਗੇ ਜਾ ਕੇ ਕਈ ਮੈਂ ਦੇਖਦਾ ਹੈ ਕਿ ਕਈ ਬੰਦੇ ਸਰਕਾਰੀ
ਅਹੁਦੇ ਤੋਂ ਮੁਕਤ ਹੋ ਕੇ ਰਾਜਨੀਤੀ ਵਿੱਚ ਆ ਗਏ ਤੇ ਉਹਨਾਂ ਨੂੰ ਆਪਣੇ ਅਹੁਦੇ ਦੀ ਪੈਨਸ਼ਨ ਮਿਲਦੀ ਉਹ ਆ, ਉਹਨੂੰ ਤਾਂ ਵਿਧਾਇਕ ਦੇ ਹਟਣੇ ਤੋਂ ਬਾਅਦ ਵੀ ਨਹੀਂ ਪੈਨਸ਼ਨ ਮਿਲਣੀ ਚਾਹੀਦੀ। ਪੈਨਸ਼ਨ ਦਾ ਮਤਲਬ ਆ ਕਿ ਹੁਣ ਇਹਦਾ ਗੁਜ਼ਾਰਾ ਨਹੀਂ ਚੱਲਦਾ ਤੇ ਇਹਦਾ ਗੁਜ਼ਾਰਾ ਕਰੋ। ਇਹ ਤਾਂ ਫਿਰ ਡਬਲ ਪੈਨਸ਼ਨ ਹੋ ਗਈਆਂ, ਇੱਕੋ ਸਰਕਾਰੀ ਮਹਿਕਮੇ ਤੋਂ ਪੈਨਸ਼ਨ ਲੈ ਰਿਹਾ, ਇੱਕ ਉਹਨੂੰ ਵਿਧਾਇਕ ਦੀ ਮਿਲ ਗਈ, ਫਿਰ ਇਹ ਵੀ ਗਲਤ ਹੈ, ਇਹ ਵੀ ਬੰਦ ਕਰੋ। ਨਹੀਂ, ਇਤਰਾਜ਼ ਕਿਉਂ ਆ? ਕਿਉਂਕਿ ਜੇਕਰ ਸਰਕਾਰੀ ਮਹਿਕਮੇ ਤੋਂ ਕੋਈ ਰਿਟਾਇਰਮੈਂਟ ਲੈ ਕੇ ਆਪਣੀ 30-35 ਸਾਲ ਦੀ ਨੌਕਰੀ ਕਰਕੇ ਰਾਜਨੀਤੀ ਦੇ ਵਿੱਚ ਆਉਂਦਾ, ਲੋਕਾਂ ਵੱਲੋਂ ਉਸ ਨੂੰ ਆਪਣਾ ਨੁਮਾਇੰਦਾ ਚੁਣ ਲਿਆ ਜਾਂਦਾ। ਉਸ ਤੋਂ ਬਾਅਦ ਜਦੋਂ ਹੋਰ ਵਿਧਾਇਕਾਂ ਨੂੰ ਜਿਹੜੇ ਸਰਕਾਰੀ ਨੌਕਰੀ ਦੇ ਵਿੱਚ ਨਹੀਂ, ਉਹਨਾਂ ਨੂੰ ਜਿਹੜੀ ਪੈਨਸ਼ਨ ਮਿਲਦੀ ਆ, ਫਿਰ ਉਸ 'ਤੇ ਵੀ ਤਾਂ ਉਹੀ ਰੂਲ ਲਾਗੂ ਹੋਏਗਾ। ਉਸ ਨੂੰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਦੇ ਤੌਰ 'ਤੇ ਉਸ ਨੂੰ ਜਿਹੜਾ ਮਾਨ ਸਨਮਾਨ ਮਿਲੇਗਾ, ਜਿਹੜੀ ਪੈਨਸ਼ਨ ਮਿਲੇਗੀ। ਨਹੀਂ, ਫਿਰ ਇੱਕ ਪੈਨਸ਼ਨ ਛੱਡ ਦੇਵੇ ਨਾ, ਚਲੋ ਇੰਨਾ ਕੁ ਲਾਲਚ ਰੱਖ ਲਵੇ ਕਿ ਜੇ ਉਹਨੂੰ ਵਿਧਾਇਕ ਵਾਲੀ ਪੈਨਸ਼ਨ ਜ਼ਿਆਦਾ ਲੱਗਦੀ ਉਹ ਰੱਖ ਲਓ, ਜਾਂ ਜਿਹੜੀ ਉਹਨੂੰ ਮਹਿਕਮੇ ਤੋਂ ਮਿਲਦੀ ਉਹ ਰੱਖ ਲਓ। ਇੱਕ ਪੈਨਸ਼ਨ ਰੱਖੋ ਨਾ। ਇੱਕ ਦੇਸ਼ ਦੇ ਵਿੱਚ ਇਹ ਨਾਗਰਿਕ ਸਾਰੇ ਬਰਾਬਰ ਹੀ ਆ। ਇੱਕ ਇੱਥੇ ਕੰਟੈਕਟ ਬੇਸ 'ਤੇ ਮੈਂ ਦੇਖਦਾ ਕਿ ਰੋਪੜ ਥਰਮਲ ਦੇ ਵਿੱਚ ਜਿਹੜੇ ਮੁਲਾਜ਼ਮ ਸੀ ਉਹ 25 ਸਾਲ 8000 ਰੁਪਏ ਤਨਖਾਹ 'ਤੇ ਨੌਕਰੀ ਕਰਕੇ ਉਹ ਰਿਟਾਇਰ ਹੋ ਗਏ। ਉਹ ਨਹੀਂ ਰੋਟੀ ਖਾ ਰਹੇ। ਇਹਨਾਂ ਨੂੰ ਚਾਹੀਦਾ ਕਿ ਜਦੋਂ 58 ਸਾਲ ਦੀ ਉਮਰ ਹੋ ਗਈ ਉਦੋਂ ਹੀ ਜਿਹੜਾ ਸਾਬਕਾ ਵਿਧਾਇਕ ਆ ਉਹਨੂੰ ਪੈਨਸ਼ਨ ਲਾਈ ਜਾਵੇ, ਤੇ ਜਿਹਨੂੰ ਆਲਰੇਡੀ ਕਿਸੇ ਮਹਿਕਮੇ ਤੋਂ ਰਿਟਾਇਰਡ ਆ ਉਹਦੀ ਉਹਨਾਂ 'ਚ ਉਹਦੀ ਮਰਜ਼ੀ ਰੱਖ ਦਿਓ ਆਪਸ਼ਨ ਕਿ ਤੂੰ ਕਿਹੜੀ ਪੈਨਸ਼ਨ ਇੱਕ ਰੱਖਣੀ ਆ। ਇਹ ਵੀ ਬਹੁਤ ਜ਼ਰੂਰੀ ਆ। ਇਹਦੇ ਨਾਲ ਵੀ ਖਜ਼ਾਨਾ ਹੋਰ ਭਰੂਗਾ ਜਿਹੜਾ ਕਿ ਖਾਲੀ ਹੋ ਰਿਹਾ। ਹੋਰ ਵੀ ਵੱਡੇ ਫੈਸਲੇ ਲਏ ਗਏ ਨੇ, ਜਿਹੜੇ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਵੀ ਸਰਕਾਰ ਵੱਲੋਂ ਜਿਹੜੇ ਨੇ ਛੁਡਵਾਏ ਜਾ ਰਹੇ ਨੇ। ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਖੁਦ ਪਿੰਡਾਂ ਦੇ ਵਿੱਚ ਜਾ ਕੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਜਾ ਰਿਹਾ ਕਿ ਸਰਕਾਰ ਦਾ ਖਜ਼ਾਨਾ ਅਸੀਂ ਭਰਾਂਗੇ ਤਾਂ ਜੋ ਜਿਹੜੀਆਂ ਲੋਕਾਂ ਦੇ ਨਾਲ ਦਿੱਤੀਆਂ ਗਈਆਂ ਗਰੰਟੀਆਂ ਨੇ ਉਹ ਪੂਰੀਆਂ ਕਰ ਸਕਣ। ਇਸ ਤਰ੍ਹਾਂ ਜਿਹੜਾ ਖਜ਼ਾਨੇ ਦੇ ਵਿੱਚ ਇਨਕਮ ਦੇ ਸਾਧਨ ਜਿਹੜੇ ਨੇ ਪੈਦਾ ਕੀਤੇ ਜਾ ਰਹੇ ਨੇ। ਨਹੀਂ, ਇਹ ਬਹੁਤ ਸਲਾਹਣਯੋਗ ਫੈਸਲਾ ਹੈ। ਅਸੀਂ ਤਾਂ ਸਾਰੇ ਬੰਦੇ, ਤੁਸੀਂ ਇੱਕ ਜਿਹੜਾ ਬਹੁਤ ਨੌਨ ਪੋਲੀਟੀਕਲ ਬੰਦਾ ਹੈ ਉਹ ਵੀ ਕਹਿੰਦਾ ਵੀ ਬਹੁਤ ਵਧੀਆ ਫੈਸਲਾ ਹੈ। ਪਰ ਇਹ ਤੋਂ ਵੀ ਅਗਲੀ ਗੱਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਪੰਜਾਬ ਦੇ ਵਿੱਚ 1,40,000 ਏਕੜ ਜ਼ਮੀਨ ਸ਼ਾਮਲਾੜ ਦੀ ਉਹ ਵੀ ਪਈ ਆ ਜਿੱਥੇ ਨਾ ਤਾਂ ਕਿਸੇ ਦਾ ਕਬਜ਼ਾ ਹੈ ਨਾ ਉੱਤੇ ਕੋਈ ਕਾਸ਼ਤ ਹੁੰਦੀ ਆ। ਇਹ ਵੀ ਫੌਰੀ ਤੌਰ ਤੇ ਕੋਈ ਛੋਟੀ ਰਕਮ ਨਹੀਂ ਬਣਦੀ ਹੈਗੀ ਇਹਦੀ ਠੇਕੇ ਦੀ। ਉਹ ਅਸੀਂ ਆਪਣੇ ਪਿੰਡਾਂ ਦੇ ਰਹਿਣ ਵਾਲੇ, ਸਾਨੂੰ ਪਤਾ ਹਰ ਪਿੰਡ ਦੇ ਵਿੱਚ 100 ਕਿੱਲਾ 40 ਕਿੱਲੇ 50 ਕਿੱਲੇ ਉਹ ਇਸ ਤਰ੍ਹਾਂ ਹੀ ਰੁਲ ਰਹੀ ਆ। ਜਿੱਥੇ ਕਬਜ਼ਾ ਛਡਾ ਰਹੇ ਆ ਉੱਥੇ ਉਹ 1,40,000 ਏਕੜ ਜ਼ਮੀਨ ਨੂੰ ਵੀ ਪੈਦਾਵਾਰ ਦੇ ਤੌਰ ਤੇ ਠੇਕੇ ਪਰ ਦੇਣ ਦਾ ਕੰਮ ਕਰੇ। ਇਹਦਾ ਅਸੀਂ ਸ਼ਲਾਘਾ ਕਰਦੇ ਆ ਕਿ ਬਹੁਤ ਵਧੀਆ ਫੈਸਲਾ ਹੈ। ਤੇ ਇਹਦੇ ਨਾਲ ਜਿਹੜੇ ਬਹੁਤ ਤਕੜੇ ਰਸੂਖ ਰੱਖਦੇ ਰਾਜਨੀਤਿਕ ਲੋਕ ਹਜੇ ਉਹਨਾਂ ਕੋਲ ਵੀ ਦੇਖੋ ਮੱਛੀਆਂ ਫੜਨੀਆਂ ਚਾਹੀਦੀਆਂ, ਪਰ ਮਗਰ ਮੱਛ ਫੜੋ ਨਾਲ ਦੀ ਨਾਲ। ਅਗਰ ਇਹ ਮਗਰਮੱਛ ਅਜੇ ਬਹੁਤ ਪਏ ਆ। ਅੱਜ ਰੌਲਾ ਚੱਲਦਾ ਮੀਡੀਆ ਦੇ ਵਿੱਚ ਵੀ ਕਿ ਉਹਨਾਂ ਤੋਂ ਵੀ ਜ਼ਮੀਨ ਖੋਈ ਜਾਵੇ, ਸਾਰਿਆਂ ਤੋਂ ਨਾਲ ਜਿਹੜੀ ਇਹ 1,40,000 ਏਕੜ ਜ਼ਮੀਨ ਆ ਉਹ ਵੀ ਕੰਮ ਵਿੱਚ ਲਿਆਂਦੀ ਜਾਵੇ। ਕਾਂਗਰਸ ਦੇ ਹਲਕਾ ਭਲੱਥ ਤੋਂ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ, ਜਿਹੜੇ ਕਿਸੇ ਸਮੇਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਰਹੇ ਨੇ। ਉਹਨਾਂ ਦਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਸ਼ਬਦੀ ਹਮਲਾ ਚੱਲ ਰਿਹਾ। ਕੁਲਦੀਪ ਸਿੰਘ ਧਾਲੀਵਾਲ ਨੂੰ ਸੁਖਪਾਲ ਸਿੰਘ ਖਹਿਰਾ ਕਹਿੰਦੇ ਨੇ ਕਿ ਹਿੰਮਤ ਆ ਤਾਂ ਵੱਡੇ ਰਸੂਖਦਾਰਾਂ ਦੀ ਜਿਹੜੀ ਆ ਜ਼ਮੀਨ ਖੋ ਕੇ ਦਿਖਾਓ, ਤੁਸੀਂ ਛੋਟੇ ਕਿਸਾਨਾਂ ਨੂੰ ਤੰਗ ਕਰ ਰਹੇ ਹੋ। ਉੱਤੋਂ ਧਾਲੀਵਾਲ ਸਾਹਿਬ ਦਾ ਬਿਆਨ ਆ ਜਾਂਦਾ ਕਿ ਤੁਸੀਂ ਮੈਨੂੰ ਲਿਸਟ ਦਿਓ, ਮੈਂ ਕਾਰਵਾਈ ਕਰੂੰਗਾ। ਨਹੀਂ, ਇਹ ਤਾਂ ਦੇਖੋ ਪੰਜਾਬ ਜਿਹੜਾ ਹੈਗਾ ਨਾ ਹੀ ਧਾਲੀਵਾਲ ਦਾ, ਨਾ ਹੀ ਕੇਜਰੀਵਾਲ ਦਾ, ਨਾ ਹੀ ਭਗਵੰਤ ਮਾਨ ਦਾ, ਸਾਰਿਆਂ ਦਾ ਹੀ ਆ। ਜੇ ਸੁਖਪਾਲ ਖਹਿਰਾ ਪੰਜਾਬ ਦਾ ਹੈ ਉਹ ਤਾਂ ਸਗੋਂ ਨਾਲ ਲਿਸਟ ਚੱਕ ਕੇ ਚੱਲੇ ਵੀ ਆ ਕਰੋ ਜੀ, ਲੋਕਾਂ ਜਨਤਾ ਦੇਣੀ ਚਾਹੀਦੀ ਉਹਨੂੰ। ਬਿਲਕੁਲ, ਮੈਂ ਕਹਿੰਦਾ ਮੀਡੀਆ 'ਚ ਦਵੇ ਕਿ ਜੀ ਆਹ ਰਸੂਖਦਾਰ ਲੋਕਾਂ ਨੇ ਇੰਨੀ ਆਹ ਜਗ੍ਹਾ ਜ਼ਮੀਨ ਦੱਬੀ ਵੀ ਆ, ਤੇ ਫਿਰ ਲੋਕ ਦੇਖਣਗੇ। ਉਹ ਤਾਂ ਬਹੁਤ ਵਧੀਆ ਗੱਲ ਆ ਉਹਨਾਂ ਦੀ। ਸੁਖਪਾਲ ਖਹਿਰਾ ਜੀ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਪੰਜਾਬ ਉਹਨਾਂ ਦਾ ਵੀ ਉਨਾ ਹੀ ਆ। ਸਿਰਫ ਨੁਕਤਾਚੀਨੀ ਉਹ ਕਰਨ ਦਾ ਮਤਲਬ ਲੀਡਰ ਹੀ ਨਹੀਂ ਹੈਗਾ। ਜਿੱਥੇ ਚੰਗਾ ਕੰਮ ਉੱਥੇ ਸਾਥ ਦਿਓ, ਜਿੱਥੇ ਕੋਈ ਗਲਤ ਕਰਦਾ ਹੈ ਉੱਥੇ ਆਲੋਚਨਾ ਕਰਨੀ ਵੀ ਗਲਤ ਨਹੀਂ ਹੈਗੀ। ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਗਰੰਟੀਆਂ ਦਿੱਤੀਆਂ ਗਈਆਂ ਸੀ, ਬਿਜਲੀ ਦੇ ਮੁੱਦੇ ਨੂੰ ਲੈ ਕੇ ਉਹ ਇੱਕ ਗਰੰਟੀ ਆ ਜਿਹੜੀ ਪੂਰੀ ਕਰ ਦਿੱਤੀ ਗਈ ਆ। ਪਿੱਛੇ ਜੇ ਕੁਲਤਾਰ ਸਿੰਘ ਸੰਧਵਾਂ ਦਾ ਬਿਆਨ ਆ ਜਾਂਦਾ ਹੈ ਕਿ ਥੋੜ੍ਹੀ ਦੇਰ ਵੇਟ ਕਰ ਲਓ, ਖਜ਼ਾਨਾ ਭਰ ਲੈਣ ਦਿਓ, 1,000 ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਸਨਮਾਨ ਭੱਤਾ ਮਿਲਣਾ ਸ਼ੁਰੂ ਹੋ ਜਾਊਗਾ। ਦੇਖੋ ਗੱਲ ਇਹ ਆ, ਕੁਲਤਾਰ ਸਿੰਘ ਸੰਧਵਾਂ ਦੇ ਨਾਲ ਮੇਰੇ ਬੜੇ ਨੇੜੇ ਦੇ ਸੰਬੰਧ ਆ। ਮੈਂ ਬੜੀ ਇੱਜ਼ਤ ਕਰਦਾ ਉਹਨਾਂ ਦੀ। ਸੁਲਝੇ ਹੋਏ ਇਨਸਾਨ ਨੇ। ਮੈਂ 5 ਸਾਲ ਬਤੌਰ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਸੇਵਾ ਨਿਭਾਈ ਆ। ਜਿੱਥੇ ਕਿਤੇ ਖਬਰ ਦੇਣ ਲੱਗੇ ਮੈਂ ਫਸਦਾ ਸੀ, ਉੱਥੇ ਉਹਨਾਂ ਨੂੰ ਫੋਨ ਕਰਕੇ ਪੁੱਛ ਲੈਂਦਾ ਸੀ ਵੀ ਇਹ ਮੁੱਦੇ ਤੇ ਕਿਵੇਂ ਦੀ ਗੱਲ ਕਰੀਏ। ਬਹੁਤ ਵਧੀਆ ਹੈ, ਦੂਰਅੰਦੇਸ਼ ਬੰਦੇ ਆ। ਪਰ ਇਹ ਬਿਆਨ ਭਾਵੇਂ ਉਹਨਾਂ ਦਾ ਨਾ ਪੱਖੀ ਆ, ਇਹਦੇ 'ਚ ਕੋਈ ਪੋਜ਼ਿਟਿਵਿਟੀ ਨਹੀਂ ਹੈ, ਪਰ ਦੂਰਅੰਦੇਸ਼ੀ ਵਾਲਾ ਬਿਆਨ ਜ਼ਰੂਰ ਆ। ਮੈਂ ਸੰਧਵਾਂ ਜੀ ਦੇ ਬਿਆਨ 'ਤੇ ਮੈਨੂੰ ਇੱਕ ਇਨਸੀਡੈਂਟ ਯਾਦ ਆ ਗਿਆ ਕਿ ਉਹ ਕਹਿੰਦੇ ਕਿ ਇੱਕ 2 ਪਿਓ ਪੁੱਤਾਂ ਨੂੰ ਕਿਸੇ ਕਤਲ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਤੀ ਰਾਜੇ ਨੇ।
ਤੇ ਫਾਂਸੀ ਦਾ ਦਿਨ ਮੁਕਰਰ ਹੋਇਆ। ਉਸ ਦਿਨ ਉਹਨਾਂ ਦੀ ਨਲਾਈ ਕਰਾ ਕੇ ਕੱਪੜੇ ਬਦਲੇ ਜੋ ਰਵਾਇਤੀ ਤੌਰ ਤੇ ਚੱਲਦਾ ਹੈ। ਤੇ ਉਹਨਾਂ ਦੋਨਾਂ ਨੂੰ ਪੁੱਛਿਆ ਕਿ ਤੁਸੀਂ ਦੱਸੋ ਤੁਹਾਡੀ ਆਖਰੀ ਖਾਹਿਸ਼ ਕਿਆ ਹੈ ਮਰਨ ਤੋਂ ਪਹਿਲਾਂ, ਜਿਵੇਂ ਪੁੱਛਦੇ ਆ। ਉਹ ਬਜ਼ੁਰਗ ਨੇ ਕਹਿਤਾ, ਕਹਿੰਦਾ ਵੀ ਤੁਹਾਡੇ ਰਾਜੇ ਵਿੱਚ ਇੰਨੀ ਜਾਨ ਨਹੀਂ ਕਿ ਸਾਡੀ ਮੰਗ ਪੂਰੀ ਕਰ ਸਕੇ। ਉਹ ਰਾਜਾ ਇਹ ਗੱਲ ਸੁਣ ਕੇ ਚਿੜ ਗਿਆ ਜਦੋਂ ਦੱਸਿਆ ਉਹਨਾਂ ਨੇ। ਉਹ ਕਹਿੰਦਾ ਜੋ ਕਹਿੰਦੇ ਉਹਨਾਂ ਦੀ ਮੰਗ ਪੂਰੀ ਕਰੋ। ਉਹ ਕਹਿੰਦੇ ਦੱਸੋ ਜੀ। ਰਾਜੇ ਨੇ ਆਫਰ ਦੇ ਦਿੱਤੀ, ਜੋ ਮੰਗ ਲਓ ਮਰਜੀ। ਉਹ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਜਿਹੜਾ ਸਾਜ਼ ਆ ਨਾ, ਇੱਕ ਸਾਰੰਗੀ ਇੰਨੀ ਟਫ ਆ ਵਜਾਉਣੀ। ਸਿਆਣੇ ਕਹਿੰਦੇ ਕਿ ਜੇ 100 ਸਾਲ ਵੀ ਬੰਦਾ ਸਿੱਖਦਾ ਰਹੇ ਉਹਦੇ 'ਚ ਮਾਸਟਰ ਨਹੀਂ ਹੋ ਸਕਦਾ, ਪਰਫੈਕਟ ਨਹੀਂ ਹੋ ਸਕਦਾ। ਤੇ ਉਹ ਪਿਓ ਨੇ ਕਹਿ ਦਿੱਤਾ ਵੀ ਸਾਨੂੰ ਦੋਹੇ ਬਾਪ ਪੁੱਤ ਨੂੰ 5 ਮਿੰਟ ਸਲਾਹ ਕਰਨ ਦੇ ਦਿਓ, ਅਸੀਂ ਕਿਆ ਮੰਗੀਏ। ਉਹ ਜਾ ਕੇ ਜਦੋਂ ਬਾਹਰ ਆਏ, ਉਹਨੇ ਮੁੰਡੇ ਨੇ ਕਹਿ ਦਿੱਤਾ ਕਿ ਜੀ ਮੈਂ ਸਾਰੰਗੀ ਸਿੱਖਣ ਤੋਂ ਬਾਅਦ ਮਰਨੇ ਤੋਂ ਪਹਿਲਾਂ ਸਾਰੰਗੀ ਸਿੱਖਣੀ ਚਾਹੁੰਦਾ ਹੈ, ਕਿਉਂਕਿ ਸਾਰੰਗੀ ਤਾਂ 100 ਸਾਲ ਨਹੀਂ ਸਿੱਖ ਸਕਦਾ ਬੰਦਾ। ਉਹਨਾਂ ਨੇ ਫਟਾਫਟ ਲਿਖਿਆ ਕਿ ਚੱਲ ਤੇਰੀ ਇਹ ਮੰਗ ਆ। ਫਿਰ ਉਹ ਪਿਓ ਨੂੰ ਕਹਿੰਦੇ ਬੁੜਿਆ ਤੂੰ ਵੀ ਦੱਸ ਤੇਰੀ ਕਿਆ ਮੰਗ ਆ। ਕਹਿੰਦਾ ਜੀ ਜਦ ਇਹ ਸਿੱਖ ਜੂੰਗਾ ਹੀ ਤੇ ਮੈਂ ਸਿੱਖਣੀ ਆ ਫਿਰ। ਉਹ ਮਤਲਬ ਇਹ ਆ ਕਿ ਜਦੋਂ ਉਹਨਾਂ ਦਾ ਟਾਈਮ ਪੂਰਾ ਹੋਣਾ ਤਾਂ ਉਦੋਂ ਤੱਕ ਤਾਂ ਰਾਜਾ ਸਮੇਤ ਅਮਲਾ ਫੈਲਾ ਸਾਰੇ ਮਰ ਗਏ। ਇਹ ਕਲਤਾਰ ਸੰਧਵਾਂ ਦਾ ਜਿਹੜਾ ਬਿਆਨ ਆ ਕਿ ਜਦੋਂ ਖਜ਼ਾਨਾ ਭਰੂੰਗਾ ਉਦੋਂ 1000 ਰੁਪਇਆ ਬੀਬੀਆਂ ਨੂੰ ਦਿੱਤਾ ਜਾਊਗਾ। ਪਰ ਮੈਂ ਕਹਿੰਦਾ ਇਹ ਗੱਲ ਜਦੋਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਉਦੋਂ ਨਾਲ ਇੱਕ ਸ਼ਬਦ ਲਿਖ ਦਿੰਦੇ ਵੀ 1000 ਰੁਪਇਆ 18 ਸਾਲ ਤੋਂ ਉੱਪਰ ਜਿਹੜੀ ਹੋਏਗੀ ਜਨਾਨੀ ਉਹਨੂੰ ਮਿਲੂਗਾ, ਪਰ ਖਜ਼ਾਨਾ ਭਰਨ ਤੋਂ ਬਾਅਦ। ਇਹਦੀ ਤਾਂ ਕੋਈ ਮਨਿਆਦ ਹੀ ਨਹੀਂ ਹੈਗੀ। ਹੁਣ ਤਾਂ ਕਹਿੰਦੇ ਅਸੀਂ ਕਰੀਏ ਕੀ, ਕਹਿੰਦੇ ਜਦੋਂ ਖਜ਼ਾਨੇ ਦਾ ਥੱਲੇ ਹੀ ਲੈ ਕੇ ਲਾ ਕੇ, ਕਹਿੰਦੇ ਫਿਰ ਕਰੀਏ ਕੀ। ਹੁਣ ਪੈਸਾ ਤਾਂ ਜੇਕਰ ਉਹਨਾਂ ਨੂੰ 1000 ਰੁਪਇਆ ਦੇਣਾ ਤਾਂ ਸਰਕਾਰ ਦੇ ਕੋਲ ਪੈਸਾ ਤਾਂ ਚਾਹੀਦਾ ਨਾ। ਫਿਰ ਸੰਧਵਾ ਸਾਹਿਬ ਦੱਸ ਦੇਵੇ ਵੀ ਇਹਦੇ 'ਚ 5 ਸਾਲ ਸਾਨੂੰ ਥੱਲਾ ਲਾਉਣ ਦਿਓ ਖਜ਼ਾਨੇ ਦਾ, ਅਗਲਾ 5 ਸਾਲ ਫੇਰ ਦਿਓ, ਫਿਰ ਅਸੀਂ ਭਰਾਂਗੇ ਤੇ ਉਹਦੇ ਅਗਲੇ 5 ਸਾਲ ਬਾਅਦ 1000 ਰੁਪਇਆ ਬੀਬੀਆਂ ਨੂੰ ਦਿੱਤਾ ਜਾਊਗਾ। ਫਿਰ ਬੀਬੀਆਂ ਵੀ ਵਿਚਾਰੀਆਂ ਆਰਾਮ ਨਾਲ ਬੈਠੇ। ਪਰ ਕੇਜਰੀਵਾਲ ਸਾਹਿਬ ਨੇ ਤਾਂ ਇੱਕ ਬਿਆਨ ਦਿੱਤਾ ਸੀ, ਕਹਿੰਦੇ ਕਿ ਖਜ਼ਾਨਾ ਭਰਨ ਨੂੰ ਇੰਨਾ ਟਾਈਮ ਨਹੀਂ ਲੱਗਣਾ, ਪੰਜਾਬ ਦੇ ਕੋਲ ਸੋਰਸਿਸ ਦੀ ਕਮੀ ਨਹੀਂ ਆ, ਪੰਜਾਬ ਦੇ ਕੋਲ ਨੀਤ ਦੀ ਕਮੀ ਆ, ਸਾਨੂੰ ਥੋੜਾ ਸਮਾਂ ਦੇ ਦਿਓ, ਖਜ਼ਾਨਾ ਵੀ ਭਰੂਗਾ। ਆਮ ਆਦਮੀ ਪਾਰਟੀ ਵੱਲੋਂ ਦਿੱਤੀਆਂ ਗਈਆਂ ਗਰੰਟੀਆਂ ਵੀ ਪੂਰੀਆਂ ਹੋਣਗੀਆਂ ਤੇ ਪੰਜਾਬ ਪਹਿਲਾਂ ਵਰਗਾ ਹੱਸਦਾ ਗਾਉਂਦਾ ਨੱਚਦਾ ਗਾਉਂਦਾ ਪੰਜਾਬ ਵੀ ਬਣੂਗਾ। ਦੇਖੋ ਮੈਂ ਕੇਜਰੀਵਾਲ ਜੀ ਨੂੰ ਵੀ ਬੇਨਤੀ ਕਰਦਾ, ਸੰਧਵਾ ਜੀ ਨੂੰ ਵੀ ਜਿਹੜਾ ਬੀਬੀਆਂ ਦਾ 1000 ਰੁਪਈਆ ਹੈ, ਜਿਵੇਂ ਤੁਸੀਂ ਬਿਜਲੀ ਦਾ ਕਹਿ ਦਿੱਤਾ ਕਿ ਜੁਲਾਈ ਦੇ ਵਿੱਚ ਜਾਂ ਜੂਨ ਵਿੱਚ ਚਾਲੂ ਕਰ ਦੇਣਾ ਹੈ, ਤੁਸੀਂ ਕੋਈ ਸਮਾਂ ਨਿਯਤ ਕਰੋ ਉਹਨਾਂ ਦਾ। ਇਹ ਨਹੀਂ ਕਿ ਜਦੋਂ ਸਾਰੰਗੀ ਸਿੱਖੂਗੇ ਉਹਦੇ ਬਾਅਦ ਮੈਂ ਮਰੂੰਗਾ। ਤੁਸੀਂ ਦੱਸ ਦਿਓ ਨਾ ਕਿ ਜੀ ਅਗਲੇ ਸਾਲ 1 ਜਨਵਰੀ ਤੋਂ ਸ਼ੁਰੂ ਕਰ ਦੂੰਗੇ। ਬਾਕੀ ਰਹੀ ਕੇਜਰੀਵਾਲ ਸਾਹਿਬ ਦੀ ਗੱਲ, ਦੇਖੋ ਉਹਨਾਂ ਨੇ ਵਾਰ-ਵਾਰ ਕਹੀ ਉਹ ਗੱਲ ਇਹ ਕਿ ਪੈਸੇ ਦੀ ਪੰਜਾਬ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੈਗੀ, ਇੱਥੇ ਆਮਦਨਾਂ ਦੀ ਕਮੀ ਨਹੀਂ, ਇੱਥੇ ਬਹੁਤ ਕੁਦਰਤੀ ਸਾਧਨ ਨੇ, ਹੈ ਵੀ ਨੇ। ਪਰ ਜੇ ਇਹੀ ਗੱਲ ਸੁਣਨੀ ਸੀ, ਦੇਖੋ ਆਹ ਗੱਲ ਤਾਂ ਕਾਂਗਰਸੀ ਵੀ ਕਹਿੰਦੇ ਤੇ, ਅਕਾਲੀ ਵੀ ਕਹਿੰਦੇ ਤੇ, ਖਜ਼ਾਨਾ ਖਾਲੀ ਆ। ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਦਰਵੇਸ਼ ਸਮਝਿਆ ਜਾ ਰਿਹਾ। ਉਹ ਜਿਵੇਂ ਕਹਿੰਦੇ ਨੇ ਇੱਕ ਸਾਧੂ ਦਰਵੇਸ਼ ਨਾ ਪਿੰਡ ਵਿੱਚ ਕਿਸੇ ਦੇ ਘਰੇ ਉਹਨੇ ਦਰਵਾਜ਼ਾ ਖੜਕਾਇਆ ਕਿ ਭਾਈ ਸਾਨੂੰ ਕੋਈ ਦਾਣਾ ਫੱਕਾ ਕੋਈ ਰੁਪਈਆ ਦਿਓ, ਅਸੀਂ ਤੀਰਥ ਯਾਤਰਾ 'ਤੇ ਜਾਣਾ ਹੈ। ਉਹ ਅੰਦਰੋਂ ਨਵੀਂ ਵਿਆਹੀ ਵੀ ਬਹੂ ਆਈ, ਉਹ ਕਹਿੰਦੀ ਵੀ ਬਾਬਾ ਜੀ ਇਹ ਜਿਹੜਾ ਪਰਿਵਾਰ ਹੈ ਮੈਨੂੰ ਤਾਂ ਉਹਦੇ 5-4 ਮਹੀਨੇ ਹੋਏ ਆਈ ਨੂੰ, ਪਰ ਇਹ ਬੜਾ ਮੱਖੀ ਚੂਸ ਪਰਿਵਾਰ ਆ, ਆਕੜਖੋਰਾ ਪਰਿਵਾਰ ਆ, ਕਿਸੇ ਦੀ ਲਾਪਾ ਕਰਨ ਲੱਗਿਆ ਦੇਰ ਨਹੀਂ ਕਰਦਾ ਵੀ ਤੁਹਾਨੂੰ ਕੁਝ ਨਹੀਂ ਮਿਲਣਾ, ਇੱਥੋਂ ਹੀ ਤੋਂ ਚੰਗਾ ਆਪਣੀ ਇੱਜ਼ਤ ਬਚਾ ਕੇ ਨਿਕਲ ਜਾਓ ਕਿ ਉਹ ਤੋਂ ਪਹਿਲਾਂ ਮੇਰੀ ਸੱਸ ਆ ਜਾਵੇ। ਉਹ ਬਾਹਰ ਨਿਕਲਿਆ ਤਾਂ ਸੱਸ ਆ ਗਈ, ਮੂਹਰੇ ਮਿਲ ਗਈ। ਉਹ ਕਹਿੰਦੀ ਸਾਧ ਨੂੰ ਪਿੱਛੇ ਆ ਮੁੜ ਕੇ। ਉਹਨੇ ਸੋਚਿਆ ਵੀ ਕਿਆ ਪਤਾ ਕੁਝ ਦਊਂਗੀ। ਕਹਿੰਦੀ ਐਂ ਦੱਸ ਤੈਨੂੰ ਬਹੂ ਨੇ ਕਿਆ ਦਿੱਤਾ ਹੈ? ਉਹ ਕਹਿੰਦਾ ਜੀ ਬਹੂ ਨੇ ਤਾਂ ਜਵਾਬੇ ਦਿੱਤਾ ਹੈ। ਕਹਿੰਦੀ ਉਰੇ ਆ ਬਾਹਰ। ਉਹ ਸਾਧ ਨੂੰ ਹੋਰ ਇੱਕ ਬਹੂ ਨੂੰ ਕਹਿੰਦੀ, ਹਾਂ ਬਹੂ ਨੂੰ ਕਹਿੰਦੀ ਇੱਧਰ ਆ। ਸਾਧ ਅੰਦਰ ਆ ਗਿਆ। ਸਾਧ ਨੇ ਸੋਚਿਆ ਯਾਰ ਬਹੂ ਮੇਰੇ ਕੋਲ ਧੋਖਾ ਕਰ ਗਈ, ਇਹਨੇ ਤਾਂ ਕੁਝ ਦੇਣਾ ਹੈ, ਵਿਚਾਰੀ ਬੁੜੀ ਚੰਗੀ ਆ ਇਹ। ਜਿਵੇਂ ਕੇਜਰੀਵਾਲ ਕਹਿੰਦਾ ਵੀ ਅਸੀਂ ਨੀਤ ਚਾਹੀਦੀ ਖਜ਼ਾਨਾ ਭਰਾਂਗੇ, ਤੇ ਲੋਕਾਂ ਨੇ ਵੀ ਇਹੀ ਸੋਚਿਆ ਵੀ ਇਹ ਬੁੜੀ ਲਿਆਓ। ਉਹ ਲੋਕ ਦਰਵੇਸ਼ ਜਦੋਂ ਅੰਦਰ ਆ ਗਿਆ ਨਾ, ਉਹਨੇ ਬਹੂ ਨੂੰ ਹਾਕ ਮਾਰੀ, ਕਹਿੰਦੀ ਉਰੇ ਆ ਉਰੇ। ਕਹਿੰਦੀ ਤੈਂ ਇਹਨੂੰ ਜਵਾਬ ਦਿੱਤਾ? ਕਹਿੰਦੀ ਹਾਂ ਬੇਬੇ ਜੀ ਮੈਂ ਜਵਾਬ ਦਿੱਤਾ ਹੈ। ਤੂੰ ਕਹਿੰਦੀ ਕੱਲ੍ਹ ਦੀ ਆਈ ਵੀ ਤੂੰ ਜਵਾਬ ਦੇਣ ਵਾਲੀ ਕੌਣ ਹੁੰਦੀ ਆ? ਜਵਾਬ ਤਾਂ ਕਹਿੰਦੀ ਮੈਂ ਦੇਣਾ ਤਾਂ ਕਹਿੰਦੀ ਜਾ ਕੰਜਰਾ ਭੱਜਿਆ ਇੱਥੇ ਤੇ। ਕਹਿੰਦੀ ਇੱਥੇ ਹਰਾਮ ਦੀਆਂ ਖਾਣ ਹਿਲੇ ਵੇ, ਤੂੰ ਕੰਮ ਨਹੀਂ ਕਰ ਸਕਦਾ, ਝੋਟੇ ਵਰਗਾ ਪਿਆ ਹੈ। ਸੋ ਇਹ ਗੱਲ ਆ, ਜੇ ਇਹਨਾਂ ਨੇ ਜਵਾਬੇ ਦੇਣਾ ਤਾਂ ਫਿਰ ਤਾਂ ਉਹੀ ਦੇਈ ਜਾਂਦੇ ਤੇ, ਫਿਰ ਸੱਸ ਨੂੰ ਲਿਆਉਣ ਦੀ ਕੀ ਲੋੜ ਸੀ? ਬਹੂਏ ਜਵਾਬ ਦੇ ਗਈ ਸੀ। ਪਰ ਬਾਈ ਜੀ ਤੁਸੀਂ ਦੱਸਿਆ ਕਿ ਤੁਸੀਂ ਜਿਹੜੇ ਹੋ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਹੋ, ਜਦੋਂ ਕਿਤੇ ਕਿਸੇ ਮੁੱਦੇ ਤੇ ਜਾਣਕਾਰੀ ਦੀ ਲੋੜ ਹੁੰਦੀ ਸੀ ਸੰਧਵਾ ਸਾਹਿਬ ਨੂੰ ਤੁਸੀਂ ਫੋਨ ਵੀ ਕਰ ਲੈਂਦੇ ਸੀ। ਆਮ ਆਦਮੀ ਪਾਰਟੀ ਦੇ ਵਿੱਚ ਲੰਮਾ ਸਮਾਂ ਰਹਿ ਕੇ, ਚੰਗੇ ਅਹੁਦਿਆਂ ਤੇ ਰਹਿ ਕੇ, ਵਧੀਆ ਅਹੁਦਿਆਂ ਤੇ ਰਹਿ ਕੇ, ਅੱਜ ਫੇਰ ਆਪਣੇ ਹੀ ਸੁਪਰੀਮੋ ਦੇ ਖਿਲਾਫ ਵੱਡੇ ਸਵਾਲ ਜਿਹੜੇ ਨੇ ਖੜੇ ਕਰਤੇ ਨੇ। ਨਹੀਂ ਦੇਖੋ ਸੁਪਰੀਮੋ ਦੁਨੀਆ ਦੇ ਵਿੱਚ ਹੈਗੇ ਲੋਕ, ਕੋਈ ਸੁਪਰੀਮੋ ਨਹੀਂ ਹੈਗਾ, ਨਾ ਹੀ ਅਸੀਂ ਕਿਸੇ ਦੇ ਤਨਖਾਹਦਾਰ ਆ। ਜੋ ਲੋਕ ਮੁੱਦਿਆਂ ਦੀ ਗੱਲ ਜੇ ਅਸੀਂ ਨਹੀਂ ਕਰੂੰਗੇ ਤਾਂ ਮੈਨੂੰ ਲੱਗਦਾ ਕਿ ਅਸੀਂ ਰੱਬ ਦੇ ਦੇਣਦਾਰ ਆ
ਕਿਉਂਕਿ ਆਪਣਾ ਇੱਕ ਪਾਕਿਸਤਾਨ ਦਾ ਕ੍ਰਾਂਤੀਕਾਰੀ ਕਵੀ ਆ ਸਾਬਰ ਅਲੀ ਸਾਬਰ। ਹਾਂ, ਉਹ ਬਹੁਤ ਵਧੀਆ, ਇੱਕ ਮੈਂ ਉਹਦੀ ਪੜ੍ਹਦਾ ਸੀ ਗੱਲ। ਉਹ ਕਹਿੰਦਾ ਸੀ ਉਹ ਜਿਉਂਦਾ ਨਹੀਂ ਜਿਹੜਾ ਚੁੱਪ ਹੈ। ਦੇਖੋ ਤਾਂ ਭਲਾ ਕੌਣ ਕੌਣ ਬੋਲਦਾ ਨਹੀਂ। ਸੋ ਅਸੀਂ ਨਹੀਂ ਚਾਹੁੰਦੇ, ਗੁਰਬਾਣੀ ਵੀ ਇਹੀ ਕਹਿੰਦੀ ਆ ਕਿ ਬੋਲ ਸੋ ਧਰਮੜਿਆ ਮੋਨ ਕਤ ਧਾਰੀ ਰਾਮ। ਜੇ ਤੂੰ ਧਰਮੀ ਸਮਝਦਾ ਆਪਣੇ ਆਪ ਨੂੰ, ਤੇਰੇ ਵਿੱਚ ਅੰਸ਼ ਹੈਗੇ ਆ ਗੁਰੂ ਸਾਹਿਬ ਕਹਿੰਦੇ ਧਰਮ ਦੇ, ਫਿਰ ਤੂੰ ਬੇਇਨਸਾਫੀ ਦੇ ਖਿਲਾਫ, ਜ਼ੁਲਮ ਦੇ ਖਿਲਾਫ, ਜਿੱਥੇ ਧੱਕੇਸ਼ਾਹੀ ਹੁੰਦੀ ਆ ਉਹਦੇ ਖਿਲਾਫ ਬੋਲ, ਫਿਰ ਤੇਰੇ ਧਰਮੀ ਹੋਣ ਦਾ ਫਾਇਦਾ ਹੈ, ਨਹੀਂ ਤੇਰਾ ਸਾਰਾ ਧਰਮ ਹੋਣਾ ਪਖੰਡਾ। ਸੋ ਮੈਂ ਇਹ ਬੇਨਤੀ ਕਰੂੰਗਾ ਇਹਨਾਂ ਨੂੰ ਕਿ ਤੁਸੀਂ, ਕਿਉਂਕਿ ਦੇਖੋ ਜਿਹੜੀਆਂ ਬੀਬੀਆਂ ਹੈ ਨਾ, ਮੈਂ ਤੁਹਾਨੂੰ ਦੱਸਾਂ, ਜੇ ਬੀਬੀਆਂ ਆਪਣੀ ਆਈ ਪਰ ਆ ਗਈਆਂ, ਇਹ ਤਾਂ ਜਿਹਦੇ ਨਾਲ ਲਾਵਾਂ ਫੇਰੇ ਲਿੱਤੇ ਵੇ ਹੁੰਦੇ ਉਹਦੀਆਂ ਨਾਸਾਂ 'ਚ ਧੂੰਆਂ ਕੱਢ ਦਿੰਦੀਆਂ। ਜੇ ਕਿਤੇ ਕਾਂਗਰਸ ਅਕਾਲੀਆਂ ਨੇ ਥੋੜ੍ਹੀ ਬਹੁਤੀ ਚੱਕ ਥੱਲ ਕਰਤੀ 1000 ਰੁਪਏ ਦੀ, ਫਿਰ ਕੇਜਰੀਵਾਲ ਸੰਭੂ ਬਾਰਡਰ ਨਹੀਂ ਟੱਪਦਾ ਇੱਧਰ ਨੂੰ। ਸੋ ਗੱਲ ਆ ਕਿ ਉਹਨਾਂ ਦੂਸਰੀ ਗੱਲ ਇਹ ਵੀ ਆ, ਅੱਜ ਮੰਨੀਏ ਭਾਵੇਂ ਨਾ ਮੰਨੀਏ, ਜਿਹੜੀ 1000 ਰੁਪਇਆ ਇਹਨਾਂ ਨੇ ਬੀਬੀਆਂ ਨੂੰ ਕਿਹਾ ਸੀ, ਉਹਨੇ ਬਹੁਤ ਪ੍ਰਭਾਵਿਤ ਵੋਟ ਕਰੀ ਆ। 50 ਸੀਟਾਂ ਇਹਨਾਂ ਦੀਆਂ ਉਸ 1000 ਰੁਪਏ ਕਰਕੇ ਆਈਆਂ। ਪਰ ਤੁਸੀਂ ਕਿਹਾ ਕਿ 50 ਸੀਟਾਂ ਜਿਹੜੀਆਂ ਨੇ 1000 ਰੁਪਏ ਕਰਕੇ ਆਈਆਂ, ਪਰ ਇਹਨਾਂ ਨੇ ਤਾਂ ਵਾਅਦੇ ਹੋਰ ਵੀ ਕੀਤੇ ਸੀ ਕਿ ਵਰਲਡ ਕਲਾਸ ਜਿਹੜੇ ਨੇ ਸਕੂਲ ਬਣਾਵਾਂਗੇ, ਚੰਗੇ ਹਸਪੀਟਲ ਬਣਾਵਾਂਗੇ। ਫਿਰ ਇਸ ਦਾ ਮਤਲਬ ਕਿ ਤੁਹਾਡੇ ਕਹਿਣ ਮੁਤਾਬਕ ਉਹ ਮੁੱਦੇ ਜਿਹੜੇ ਨੇ, ਐਜੂਕੇਸ਼ਨ ਦੇ ਮੁੱਦੇ, ਹੈਲਥ ਦੇ ਮੁੱਦੇ ਜਿਹੜੇ ਨੇ 1000 ਰੁਪਏ ਉੱਪਰ ਭਾਰੀ ਹਲਕੇ ਪੈ ਗਏ। ਨਹੀਂ, ਉਹ ਵੀ ਕਿਹੜਾ ਚਾਲੂ ਹੋਇਆ, ਉਹਨਾਂ ਦੀ ਤਾਂ ਵਾਰੀ ਆਉਣੀ, ਫਿਰ ਦੇਖਾਂਗੇ ਨਾ ਕਿਆ ਹੁੰਦਾ। ਹਜੇ ਤਾਂ ਇੱਥੇ ਜਿਹੜਾ ਸ਼ੁਰੂ ਹੁੰਦਾ ਆਪਾਂ ਉਹਨੂੰ ਦੇਖਾਂਗੇ। ਦੇਖੋ ਬਿਜਲੀ ਬਾਰੇ ਵੀ ਜੇ ਟਾਈਮ ਮਿਲਿਆ, ਅਜੇ ਮਾਫੀ ਥੋੜੀ ਮਿਲੀ ਆ। 1 ਜੁਲਾਈ ਤੋਂ ਐਲਾਨ ਕਰ ਦਿੱਤਾ। ਹਾਂ, ਕਰ ਦਿੱਤਾ। ਤੇ ਆਹ ਦਾ ਜਿਹੜਾ ਬੀਬੀਆਂ ਦਾ 1000 ਰੁਪਏ ਵਾਲਾ ਸੀ, ਖਜ਼ਾਨਾ ਭਰੂਗਾ, ਕਹਿੰਦੇ ਖਜ਼ਾਨਾ ਭਰੂਗਾ। ਫਿਰ ਇਹਦਾ ਨਾ 9 ਮਣ ਤੇਲ ਹੋਵੇ, ਨਾ ਰਾਧਾ ਨੱਚੇ, ਇਹਦਾ ਵੀ ਕੋਈ ਟਾਈਮ ਬਾਉਂਡ ਕਰੋ। ਤੁਹਾਨੂੰ ਉਮੀਦ ਨਹੀਂ ਹੈ ਕਿ ਪੰਜਾਬ ਦਾ ਖਜ਼ਾਨਾ ਭਰ ਸਕਦਾ? ਤੇ ਦੇਖੋ ਹੁਣ ਤਾਂ ਇਹਨਾਂ ਨੇ ਮੇਰਾ ਖਿਆਲ ਆ ਵੀ ਕਈ ਕਰੋੜ ਰੁਪਈਆ ਫਿਰ ਲੋਨ ਲੱਤਾ ਹੈਗਾ। ਤੇ ਦੂਸਰੀ ਗੱਲ ਆ, ਇਹ ਕਹਿੰਦੇ ਸੀ, ਮੈਨੂੰ ਇਸੇ ਕਹਿਣ 'ਚ ਕੋਈ ਗਰੇਜ ਨਹੀਂ, ਇਹ ਕਹਿੰਦੇ ਸੀ ਕਿ ਮਾਈਨਿੰਗ ਤੋਂ ਅਸੀਂ ਇੰਨੀ ਜਨਰੇਟ ਕਰਨਾ ਹੈਗਾ ਪੈਸਾ। ਪਰ ਰਾਤ ਨੂੰ ਤੁਸੀਂ ਵੀ ਕੈਮਰੇ ਮੀਡੀਆ ਵਾਲੇ ਆ, ਕਿਸੇ ਮੇਨ ਰੋਡ ਤੇ ਜਾ ਕੇ ਰਾਤ ਨੂੰ 11 ਵਜੇ ਤੋਂ ਬਾਅਦ ਕੈਮਰਾ ਲੈ ਕੇ ਖੜ ਜਿਓ ਕਿ ਰੇਤੇ ਵਾਲੇ ਟਿੱਪਰਾਂ ਦੀ ਲਾਈਨ ਨਹੀਂ ਟੁੱਟ ਰਹੀ। ਵੱਡੀ ਗੱਲ ਕਹਿ ਰਹੇ ਹੋ ਔਨ ਕੈਮਰਾ। ਤੁਸੀਂ 11 ਵਜੇ ਕੈਮਰਾ ਲੈ ਕੇ ਆਪ ਚਲੇ ਜਾਓ, ਮੇਰੇ ਕਹਿਣੇ ਦੀ ਲੋੜ ਹੀ ਨਹੀਂ। ਦਿਖਾ ਦਿਓ ਰੋਪੜ ਦੇ ਵਿੱਚ ਕਿਸੇ ਮੇਨ ਰੋਡ ਤੇ ਖੜ ਜਾਓ ਜਿੱਥੋਂ ਮਾਈਨਿੰਗ ਦੇ ਟਿਕਾਣੇ ਆ। ਰੋਪੜ 'ਚ ਤਾਂ ਪੱਕਾ ਹੀ ਆ, ਤੁਹਾਨੂੰ ਟਿੱਪਰਾਂ ਦੀ ਲਾਈਨ ਨਹੀਂ ਟੁੱਟੀ ਵੀ ਮਿਲੂਗੀ। ਉਹ ਕਿੱਥੋਂ ਆ ਰਹੇ ਆ, ਕਿਹਦੇ ਕੋਲ ਠੇਕਾ ਹੈ? ਰੋਪੜ ਦੇ ਵਿੱਚ ਤਾਂ ਸਿਰਫ ਤੇ ਸਿਰਫ ਇੱਕ ਖਾਡਾ ਮੇਰੇ ਖਿਆਲ 'ਚ, ਜੋ ਮੈਨੂੰ ਜਾਣਕਾਰੀ ਆ, ਨੂਰਪੁਰ ਬੇਦੀ ਤੋਂ ਅੱਗੇ, ਜੋ ਹਿਮਾਚਲ ਦੇ ਨਾਲ ਪੈਂਦੀ ਆ, ਜਿਹਦੀ ਆਪਸ਼ਨ ਹੋਈ ਵੀ ਆ। ਦੂਸਰੀ ਗੱਲ ਆ, ਇਹਨਾਂ ਖੱਡਾਂ ਦੀ ਜਿਹੜੀ ਆਪਸ਼ਨ ਹੁੰਦੀ ਆ ਨਾ, ਉਹਦੇ ਵਿੱਚ ਇਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਜਾਂਦੀਆਂ ਕਿ ਬਾਹਰ ਇੱਕ ਫਲੈਕਸ ਲਗਾਇਆ ਜਾਵੇ ਕਿ ਕਿੰਨੀ ਖਾਡਾ, ਇਹਦਾ ਖਸਰਾ ਨੰਬਰ ਕਿੰਨਾ ਹੈ, ਰਕਬਾ ਕਿੰਨਾ ਹੈ, ਤੇ ਰਕਬੇ ਦੇ ਨਾਲ ਝੰਡੀਆਂ ਲਾਈਆਂ ਜਾਂਦੀਆਂ ਵੀ ਇੰਨਾ ਕੁ ਏਰੀਆ ਅਸੀਂ ਪੱਟ ਸਕਦੇ ਆ। ਤੇ ਉਹ ਤੋਂ ਬਾਅਦ ਇਹਦੇ ਵਿੱਚ ਬੜੀ ਮਸ਼ੀਨਰੀ ਵਰਤਣ ਦੀ ਮਨਾਹੀ ਆ। ਪੋਕਲਾਈਨ 9 ਦੀ ਕੋਈ ਚੀਜ਼ ਮਾਈਨਿੰਗ ਦੀ ਦੁਨੀਆ ਵਿੱਚ ਹੈ ਨਹੀਂ ਜਿਹੜੀ ਲੀਗਲ ਮਾਈਨਿੰਗ ਆ। JBCB ਜਿਹੜੀ ਤੁਸੀਂ ਉਦੋਂ ਵਰਤ ਸਕਦੇ ਆ ਜੇ ਕੋਈ ਢੇਰੀ ਆ, ਉਹਨੂੰ ਚੱਕਣ ਵਾਸਤੇ, ਪੱਟਣ ਵਾਸਤੇ ਨਹੀਂ। ਤੇ ਮੈਨੂਅਲ ਪਟਾਈ ਹੋਣੀ ਚਾਹੀਦੀ ਆ, ਉਹ ਕਿਤੇ ਨਹੀਂ ਹੋ ਰਹੀ। ਇਹਦੇ ਵਾਸਤੇ ਬਹੁਤ ਵੱਡਾ ਕੰਮ ਕਰਨ ਦੀ ਲੋੜ ਆ। ਬਿਨਾਂ ਸ਼ੱਕ ਬਹੁਤ ਰੁਪਈਆ ਹੈ ਮਾਈਨਿੰਗ ਦੇ ਵਿੱਚ ਸਰਕਾਰ ਕੋਲ ਆਉਣੇ ਦਾ। ਮਤਲਬ ਸਰਕਾਰ ਦੀ ਨਿਗਾਹ ਦੇ ਵਿੱਚ ਹੀ ਜਿਹੜੀਆਂ ਨੇ ਸਰਕਾਰੀ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਤੁਸੀਂ ਇਨ ਸ਼ਾਰਟ ਇਹ ਗੱਲ ਕਰ ਰਹੇ ਹੋ? ਹਾਂ, ਤੁਸੀਂ ਅੱਜ ਜਾਓ 11 ਵਜੇ ਸੜਕ ਤੇ ਖੜ ਜਾਓ, ਰਾਤ ਪੂਰੀ ਚੱਲਦੇ ਆ, ਟਿੱਪਰ ਚੱਲਦੇ ਆ, ਕਿੱਥੋਂ ਆਉਂਦੇ ਆ ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਚੱਲਦੇ ਹੈਗੇ ਆ। ਦੇਖੋ ਕੋਈ ਮਾਈਨਿੰਗ ਹਵਾ 'ਚ ਤਾਂ ਜਾਣੀ ਨਹੀਂ, ਟਿੱਪਰਾਂ ਦੀ ਜਾਣੀ ਆ, ਤੇ ਉਹ ਜਾ ਰਹੀ ਆ ਲਗਾਤਾਰ। ਜਦ ਤੱਕ ਉਹਨੂੰ ਨਹੀਂ ਰੋਕਦੇ ਤਾਂ ਪੈਸਾ ਵੀ ਨਹੀਂ ਇਕੱਠਾ ਹੋਣਾ ਹੈਗਾ। ਬਾਕੀ ਆ ਤੁਸੀਂ ਜੋ ਮਰਜ਼ੀ ਕਹੀ ਜੋ ਕਿ ਅਸੀਂ ਆਹ ਕਰਤਾ, ਜੋ ਚੰਗੇ ਕੰਮ ਕਰਦੇ ਵਧੀਆ ਗੱਲ ਆ। ਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤਾਂ ਕਿ ਪਾਰਟੀ ਦਾ ਗੁੱਡ, ਵੈਰੀ ਗੁੱਡ ਲੈ ਕੇ ਖੜਾ ਨਹੀਂ ਛੁੱਟਣਾ। ਐਕਸੀਲੈਂਟ ਦੀ ਜ਼ਰੂਰਤ ਆ ਔਰ ਲੋਕਾਂ ਦਾ ਵੀ ਸਾਥ ਲਵੇ। ਕੋਈ ਚੱਕਰ ਨਹੀਂ, ਸਾਡੇ ਵਰਗੇ ਬੰਦੇ, ਤੁਹਾਡੇ ਵਰਗੇ ਮੀਡੀਆ ਵਾਲੇ ਜਿੰਨੇ ਜੋਗੇ ਹੈਗੇ ਆ ਪੰਜਾਬ ਨੂੰ ਬਚਾਉਣੇ ਵਾਸਤੇ ਸਾਰੇ ਤਰਫ ਆ। ਅੱਛਾ, ਮੁੱਖ ਮੰਤਰੀ ਪੰਜਾਬ ਇੱਕ ਗੱਲ ਕਹਿੰਦੇ ਰਹੇ ਨੇ, ਕਹਿੰਦੇ ਕਿ ਜਦੋਂ ਇਸ ਤੋਂ ਪਹਿਲਾਂ ਕੋਈ ਲੀਡਰ ਆਉਂਦਾ ਸੀ ਤਾਂ 100 ਬੰਦਾ ਸਿਕਿਉਰਿਟੀ ਦਾ
120 ਬੰਦੇ ਸਿਕਿਉਰਿਟੀ ਦੇ ਉਹਨਾਂ ਦੇ ਨਾਲ ਹੁੰਦੇ ਸੀ ਜਿੰਨੇ ਵੱਡੇ ਲੀਡਰ ਨੇ। ਜੋ ਵਾਧੂ ਸਿਕਿਉਰਿਟੀ ਸੀ ਲੀਡਰਾਂ ਨੂੰ ਛੱਡ ਕੇ ਉਹ ਆਪਣੇ ਥਾਣਿਆਂ ਦੇ ਵਿੱਚ ਅਸੀਂ ਨੇ ਪਹੁੰਚਾ ਦਿੱਤੀ ਆ। ਕਾਫੀ ਵਹੀਕਲ ਜਿਹੜੇ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂ ਥਾਣਿਆਂ ਦੇ ਵਿੱਚ ਜਿਹੜੇ ਨੇ ਪਹੁੰਚ ਚੁੱਕੇ ਨੇ। ਇਸ ਦਾ ਲੀਡਰਾਂ ਦੀ ਸਿਕਿਉਰਿਟੀ ਵੀ ਘਟਾਤੀ, ਆਮ ਲੋਕਾਂ ਦੀ ਸੁਰੱਖਿਆ ਦੇ ਵਿੱਚ ਲਾਤੀ। ਤੁਸੀਂ ਸਵਾਲ ਖੜੇ ਕਰ ਰਹੇ ਹੋ। ਨਹੀਂ ਦੇਖੋ, ਗੱਲ ਇਹ ਬਹੁਤ ਵਧੀਆ ਘਟਾਤੀ, ਪਰ ਇਹ ਵੀ ਰੌਲਾ ਪੈਂਦਾ ਹੈ ਕਿ ਸ਼ਾਇਦ ਮੁੱਖ ਮੰਤਰੀ ਦੇ ਭੈਣ ਜੀ ਨੇ ਉਹਨਾਂ ਨੂੰ ਵੀ ਗੱਡੀਆਂ ਦਿੱਤੀਆਂ ਗਈਆਂ ਸਿਕਿਉਰਿਟੀ ਦੀਆਂ, ਅਤੇ ਹੋਰ ਜਿਹੜੇ ਆਪਣੇ ਹਰਪਾਲ ਸਿੰਘ ਚੀਮਾ ਹੈ, ਜਦੋਂ ਇਹ ਇੱਕ ਸਧਾਰਨ ਤੌਰ 'ਤੇ ਆ ਗਏ ਤਾਂ ਮੈਨੂੰ ਤਾਂ ਲੱਗਦੀ ਨਹੀਂ ਸਿਕਿਉਰਿਟੀ ਦੀ ਲੋੜ ਆ। ਫਿਰ ਇੱਕ ਇਹ ਵੀ ਆਪਣੇ ਜਨਤਕ ਕਰ ਦੇਵੇ ਕਿ ਜੀ ਆਹ ਦੇਖੋ ਸਾਡੇ ਇਹ ਮੰਤਰੀ ਕੋਲ ਇੱਕ ਗੱਡੀ ਆ, 4 ਸਿਪਾਹੀ ਆ, ਜਾਂ 2 ਆ, ਜਾਂ ਹੈ ਨਹੀਂ। ਜਿੱਥੇ ਇੰਨਾ ਕੁਝ ਜਨਤਕ ਕਰਦੇ ਆ, ਮਿੰਟ TV ਤੇ ਦੱਸਦੇ ਆ, ਮੈਂ ਕਹਿੰਦਾ ਇਹ ਤਾਂ ਗੱਲ ਇਹਨਾਂ ਦੇ ਬਹੁਤ ਹੱਕ ਵਿੱਚ ਜਾਂਦੀ ਆ। ਇਹ ਆਪਣੇ ਸਾਰੇ ਮੰਤਰੀਆਂ ਬਾਰੇ ਖੁਲਾਸਾ ਕਰ ਦੇਵੇ ਕਿ ਜੀ ਸਾਡੇ ਮੰਤਰੀਆਂ ਕੋਲ ਆਹੀ ਸਿਕਿਉਰਿਟੀ ਹੈ, ਜੇ ਕਿਸੇ ਨੂੰ ਲੱਗਦਾ ਜ਼ਿਆਦਾ ਹੈ ਤਾਂ ਸਾਨੂੰ ਦੱਸੋ। ਅੱਛਾ ਬਾਈ, ਸਰਕਾਰ ਬਣੀ ਨੂੰ 2 ਮਹੀਨੇ ਹੋ ਚੁੱਕੇ ਨੇ, ਪਰ ਸਵਾਲ ਤੁਸੀਂ ਵੀ ਕਰ ਰਹੇ ਹੋ, ਸਵਾਲ ਵਿਰੋਧੀ ਵੀ ਕਰ ਰਹੇ ਨੇ ਕਿ ਵਾਅਦੇ ਨਹੀਂ ਪੂਰੇ ਕੀਤੇ ਗਏ। ਪਰ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਰਟਰ ਨੇ ਜਾਂ ਮਾਨ ਸਾਹਿਬ ਦੇ ਜਿਹੜੇ ਸਪੋਰਟਰ ਨੇ, ਉਹ ਕਹਿੰਦੇ ਕਿ ਸਰਕਾਰ 2 ਮਹੀਨੇ ਦੇ ਲਈ ਜਾਂ 6 ਮਹੀਨੇ ਦੇ ਲਈ ਨਹੀਂ ਬਣੀ, ਸਰਕਾਰ 5 ਸਾਲ ਦੇ ਲਈ ਬਣੀ ਆ। 5 ਸਾਲ ਤਾਂ ਦਿਓ, ਵਾਅਦੇ ਪੂਰੇ ਹੋਣਗੇ। ਗੱਲ ਇਹ ਆ ਕਿ 60 ਮਹੀਨੇ ਹੀ ਹੁੰਦੇ ਆ 5 ਸਾਲ 'ਚ, 2 ਲੰਘ ਗਏ, 58 ਰਹਿ ਗਏ। 5 ਸਾਲ ਲੰਘਦੇ ਟਾਈਮ ਨਹੀਂ ਲੱਗਦਾ ਹੈਗਾ। ਸ਼ੁਰੂਆਤ ਇੱਕ ਚੰਗੀ ਹੋਈ ਆ, ਪਰ ਸਪੀਡ ਵਧਾਉਣ ਦੀ ਲੋੜ ਆ, ਕਿਉਂਕਿ ਜੋ ਅਕਾਲੀਆਂ ਨੇ ਜੋ ਵਾਅਦੇ ਕੀਤੇ ਤੇ ਉਹ ਤੁਸੀਂ ਦੇਖੋ ਉਹਨਾਂ ਦਾ ਕਿਆ ਹਾਲ ਹੋਇਆ ਹੈ। ਗੁਰਬਾਣੀ ਕਹਿੰਦੀ ਪਰੋਸੀ ਕੇ ਜੋ ਹੁਆ ਤੂੰ ਆਪਣੇ ਪੀ ਜਾਣ। ਹੁਣ ਤੁਸੀਂ ਦੇਖ ਲਓ ਕਿ ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਨਾ ਉਹਦਾ ਡਰਾਈਵਰ ਕੰਡਕਟਰ ਲੱਭਦਾ ਹੈ, ਚਰਨਜੀਤ ਸਿੰਘ ਚੰਨੀ ਦੀ ਬੱਕਰੀ ਸਮੇਤ ਸੰਗਲੀ ਖਰੇ ਖੇੜੇ ਬਣ ਵਿੱਚ ਜਾ ਕੇ ਬਸੂਟੀ ਦੇ ਪੱਤੇ ਖਾਂਦੀ ਫਿਰਦੀ, ਉਹ ਨਹੀਂ ਲੱਭਦੀ। ਤੋ ਇਹਨਾਂ ਨਾਲ ਵੀ ਫਿਰ ਇਹੀ ਹੋਊਗਾ ਜੇ ਨਾ ਸੰਭਲੇ। ਅਜੇ ਵੇਲਾ ਹੈਗਾ, ਇਹਨਾਂ ਨੂੰ ਹੁਣ ਤੋਂ ਹੀ ਸਪੀਡ ਕਰਨੀ ਖਿੱਚਣੀ ਚਾਹੀਦੀ ਆ। ਬਹੁਤ ਮੁੱਦੇ ਨੇ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ, ਜੇ ਮੈਨੂੰ ਨੂੰ ਰੋਕਣਾ ਹੈ ਉਹਨੂੰ ਵੀ ਰੋਕੇ, ਅਤੇ ਆ ਜਿਹੜੇ ਬੀਬੀਆਂ ਨਾਲ ਵਾਅਦਾ ਕੀਤਾ ਹੈ ਇਹਨੂੰ ਮੈਨੂੰ ਲੱਗਦਾ ਵੀ ਥੋੜ੍ਹਾ ਜਿਹਾ ਛੇਤੀ ਦਾ ਕੋਈ ਟਾਈਮ ਬਾਉਂਡ ਕਰੇ, ਕਿਉਂਕਿ ਇਹਦੇ ਵਿੱਚ ਵਿਰੋਧੀਆਂ ਨੂੰ ਮੌਕਾ ਮਿਲੇਗਾ ਐਜੀਟੇਸ਼ਨ ਕਰਨ ਦਾ। ਉਹ ਬੀਬੀਆਂ ਨੂੰ ਵੀ ਬਗਲਾ ਕੇ ਕਰ ਸਕਦੇ ਆ, ਕੱਲ੍ਹ ਨੂੰ ਚੱਕ ਚਕਾਈ ਤਾਂ ਹੁੰਦੀ ਉਹ ਆ, ਕਿਉਂਕਿ ਉਹ ਵਿਚਾਰੇ ਟਿੱਕੇ ਨਹੀਂ ਬੈਠੇ। ਅਕਾਲੀ ਕਾਂਗਰਸੀ ਤੜਫੇ ਪਏ ਆ, ਉਹ ਤੱਕ ਦੇਖਦੇ ਕਿ ਕਦ ਮੌਕਾ ਮਿਲੇ। ਸੋ ਮੈਂ ਸੰਧਵਾ ਜੀ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਵਾਸਤੇ ਵੀ ਕੋਈ ਟਾਈਮ ਬਾਉਂਡ ਕਰ ਦਿਓ, ਜਿਵੇਂ ਜਿੰਨਾ ਵੀ ਕਰਨਾ। ਜੀ ਆਖਰੀ ਸਵਾਲ ਆ ਕਿ ਤੁਸੀਂ ਕਹਿ ਰਹੇ ਹੋ ਕਿ ਸਪੀਡ ਵਧਾਉਣ ਦੀ ਲੋੜ ਹੈਗੀ ਆ, ਪਰ ਜੇਕਰ ਆਮ ਆਦਮੀ ਪਾਰਟੀ ਤੁਹਾਡੇ ਮੁਤਾਬਕ ਵਾਅਦੇ ਪੂਰੇ ਨਹੀਂ ਕਰ ਪਾਉਂਦੀ ਤਾਂ ਫਿਰ ਪੰਜਾਬ ਦੇ ਲੋਕਾਂ ਕੋਲ ਕੀ ਸਿਆਸੀ ਆਪਸ਼ਨ ਬਚਦਾ? ਕਿ ਫੇਰ ਉਹੀ ਰਵਾਇਤੀ ਪਾਰਟੀਆਂ? ਦੇਖੋ, ਗੱਲ ਮੈਂ ਕਹਿਣੇ ਨਹੀਂ ਚਾਹੁੰਦਾ ਸਾਡੀ ਉਮਰ ਦੇ ਲਿਹਾਜ਼ ਗਿਆ, ਲੇਕਿਨ ਇੱਕ ਮੁਹੰਮਦ ਸਦੀਕ ਦਾ ਗਾਣਾ ਸੀ ਕਿ ਮਾਹੀ ਘਰ ਨਾ ਬੜੇ ਦਿਓਰ ਸ਼ਹਿਰ 'ਚ ਪੜ੍ਹੇ, ਮੈਨੂੰ ਦੋਹਾਂ ਤੇ ਕਚੀਚੀਆਂ ਆਈਆਂ, ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ। ਇਹ ਜਿਹੜਾ ਇਹਨਾਂ ਨੇ ਜੇਠੇ ਚੁਣਿਆ ਹੈ, ਹਾਰ ਕੇ ਲਾਈਆਂ ਹੈ। ਹੁਣ ਜੇਠ ਵੀ ਜੇ ਧੋਖਾ ਦੇ ਗਿਆ ਫਿਰ ਵਿਚਾਰੀ ਦਾ ਕਿਆ ਹੋਊਗਾ ਜਨਤਾ ਦਾ, ਇਹ ਤਾਂ ਰੱਬੇ ਜਾਣਦਾ ਹੈ। ਪਰ ਇਹਨਾਂ ਨੂੰ ਮੈਂ ਬੇਨਤੀ ਕਰਦਾ ਹੈ ਕਿ ਲੋਕਾਂ ਨੂੰ ਮੁੜ ਉਹਨਾਂ ਬੁੱਚੜਾਂ ਦੇ ਹਵਾਲੇ ਨਾ ਕਰਿਓ, ਤੁਸੀਂ ਆਪਣੀ ਪਰਫਾਰਮੈਂਸ ਵਧਾਓ। ਅਸੀਂ ਜਿਹੜੇ ਸਮਾਜ ਸੇਵੀ ਲੋਕ ਆ ਉਹ ਤੁਹਾਡੀ ਨਾਲ ਮਦਦ ਕਰਨ ਨੂੰ ਤਿਆਰ ਬੈਠੇ ਆ। ਪੋਜ਼ਿਟਿਵਿਟੀ ਸਿਰਫ ਪਰਦੇ ਨਾ ਪਾਓ, ਗੱਲਾਂ ਗੱਲ ਘਰ ਨਾ ਪੂਰਾ ਕਰੋ। ਜੋ ਵਾਅਦੇ ਕੀਤੇ ਆ ਜਦ ਹੋ ਸਕਦੇ ਆ ਉਹਦੀ ਟਾਈਮ ਬਾਉਂਡ ਕਰੋ ਅਤੇ ਕੰਮ ਕਰੋ ਤਾਂ ਕਿ ਮੁੜ ਕੇ ਪੰਜਾਬ ਖੁਸ਼ਹਾਲ ਹੋਵੇ ਅਤੇ ਅਸੀਂ ਮੁੜ ਕੇ ਕਿਤੇ ਅਕਾਲੀਆਂ ਕਾਂਗਰਸੀਆਂ ਦੇ ਵੱਸ ਨਾ ਪਈਏ। ਸੋ ਮੇਰੀ ਤਾਂ ਇਹੀ ਬੇਨਤੀ ਹੈ ਇਹਨਾਂ ਨੂੰ। ਬਹੁਤ ਬਹੁਤ ਧੰਨਵਾਦ ਜੀ, ਬਹੁਤ। ਸੋ ਤੁਸੀਂ ਨੇ ਸੁਣਿਆ ਕਿ ਕਿਸ ਤਰ੍ਹਾਂ ਜੋ ਸਰਕਾਰ ਦਾ 2 ਮਹੀਨੇ ਦਾ ਕਾਰਜਕਾਲ ਸੀ ਉਸ 'ਤੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ, ਨਿਸ਼ਾਨੇ ਵੀ ਲਗਾਏ ਜਾ ਰਹੇ ਨੇ ਕਿ ਜੋ ਤੁਸੀਂ ਨੇ ਵਾਅਦੇ ਕੀਤੇ ਸੀ ਉਸ ਦਾ ਇੱਕ ਟਾਈਮ ਬਾਉਂਡ, ਜਿਸ ਤਰ੍ਹਾਂ ਬਿਜਲੀ ਦਾ 1 ਮਹੀਨੇ 1 ਜੁਲਾਈ ਤੋਂ ਜਿਹੜਾ ਟਾਈਮ ਬਾਉਂਡ ਕੀਤਾ ਗਿਆ, 1 ਜੁਲਾਈ ਤੋਂ ਜਿਹੜੀ ਆ ਕਲਮਬੰਦ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਬਿਜਲੀ ਮਿਲੇਗੀ, ਉਸ ਤਰੀਕੇ ਨਾਲ ਹੋਰ ਗਰੰਟੀਆਂ ਦਾ ਵੀ ਜਿਹੜਾ ਟਾਈਮ ਬਾਉਂਡ ਕੀਤਾ ਜਾਵੇ ਤਾਂ ਜੋ ਲੋਕ ਜਿਸ ਤਰ੍ਹਾਂ 92 ਸੀਟਾਂ ਦੇ ਕੇ ਇਸ ਵਾਰ ਭਰੋਸਾ ਕੀਤਾ, ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪੰਜਾਬ ਦਾ ਚੰਗਾ ਸਮਾਂ ਹੋਰ ਆਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਭਰੋਸਾ ਕਰ ਸਕਣ। ਹੁਣ ਵਿਚਾਰ ਪਟਿਆਲਾ ਸਾਹਿਬ ਨੇ ਆਪਣੇ ਰੱਖੇ ਨੇ, ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਕਿਸ ਤਰ੍ਹਾਂ ਸਹਿਮਤ ਹੋ ਜਾਂ ਸਹਿਮਤ ਹੋ, ਕਮੈਂਟ ਬਾਕਸ ਦੇ ਰਾਹੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਮੈਨੂੰ ਸੰਸਾਰਦੀਪ ਸਿੰਘ ਨੂੰ ਦਿਓ ਇਜਾਜ਼ਤ, ਧੰਨਵਾਦ।